ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾਵਿਆ, ਦਿਸਨ ਸਭੇ ਸ਼ਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨਹਾਰ। ਵਣ ਤੈਣ ਪ੍ਰਭ ਸੰਗ ਮਉਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣਹਾਰ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਣਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਨੰਦਿਤ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀਆਂ ਨੇ ਮਾਣਿਆ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਵਿੱਚੋਂ 12 ਮਾਹ ਦੀ ਜੋ ਪਵਿੱਤਰ ਰਚਨਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ, ਉਸ ਵਿੱਚੋਂ ਇਹ ਪਵਿੱਤਰ ਬਚਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਤੋਂ ਸਾਉਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਗੁਰਬਾਣੀ ਵਿੱਚ ਸਮੇਂ ਦੇ ਪ੍ਰਥਾਏ ਬੇਅੰਤ ਬਾਣੀ ਸਾਨੂੰ ਸਤਿਗੁਰੂ ਜੀ ਨੇ ਬਖਸ਼ੀ ਹੈ, ਕਿਉਂਕਿ ਸਮਾਂ ਬੜਾ ਕੀਮਤੀ ਹੈ, ਸਮਾਂ ਬੜਾ ਅਮੋਲ ਹੈ। ਸਮਾਂ ਹੀ ਸਾਡੀ ਜ਼ਿੰਦਗੀ ਦਾ ਧਨ ਹੈ, ਹੀਰਾ ਹੈ, ਮੋਤੀ ਹੈ। ਸਮੇਂ ਦੀ ਵਡਿਆਈ ਨੂੰ ਦਰਸਾਉਣ ਲਈ ਸਤਿਗੁਰੂ ਜੀ ਨੇ ਸਮੇਂ ਦੀ ਹੋ ਹਰ ਗੱਲ, ਜਿਹਦੇ ਨੇ ਅਸੀਂ ਸਮੇਂ ਨੂੰ ਜਾਣਦੇ ਹਾਂ, ਭਾਵੇਂ ਯੁੱਗਾਂ ਦੀ ਗੱਲ ਹੈ, ਭਾਵੇਂ ਮਹੀਨਿਆਂ ਦੀ ਗੱਲ ਹੈ, ਭਾਵੇਂ ਦਿਨਾਂ ਦੀ ਗੱਲ ਹੈ, ਭਾਵੇਂ ਰੁੱਤਾਂ ਦੀ ਗੱਲ ਹੈ, ਭਾਵੇਂ ਵਿਸਵੇ ਚਸੀਆਂ ਘੜੀਆਂ ਪਹਿਰਾਂ ਦੀ ਜਾਂ ਵਾਰਾਂ ਦੀ ਗੱਲ ਹੈ, ਦਿਨ ਦੀ ਗੱਲ ਹੈ, ਭਾਵੇਂ ਰਾਤ ਦੀ ਗੱਲ ਹੈ। ਸਤਿਗੁਰੂ ਜੀ ਨੇ ਹਰ ਅਜਿਹੀ ਇਕਾਈ ਦੇ ਪ੍ਰਥਾਏ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਕਸਦ ਇਹ ਹੈ ਕਿ ਅਸੀਂ ਸਮੇਂ ਦੀ ਕੀਮਤ ਨੂੰ ਜਾਣ ਸਕੀਏ, ਅਸੀਂ ਸਮੇਂ ਨੂੰ ਸਫਲ ਕਰ ਸਕੀਏ। ਸਾਉਣ ਦਾ ਮਹੀਨਾ ਬੜੀ ਸੁਹਾਵਣੀ ਰੁੱਤ ਹੈ, ਵਰਖਾ ਦੀ ਰੁੱਤ ਗਿਣੀ ਜਾਂਦੀ ਹੈ। ਜਿਉਂ-ਜਿਉਂ ਵਰਖਾ ਹੋਏਗੀ, ਚਾਰ ਸਫੇਰੇ ਬਨਸਪਤੀ ਮੌਲਦੀ ਹੈ। ਉਹ ਜੇਠ ਹਾੜ ਦੀਆਂ ਲੂਆਂ ਦੇ ਨਾਲ ਜਿਹੜੇ ਘਾਹ ਬੂਟੇ ਸੁੱਕ ਜਾਂਦੇ ਨੇ, ਉਹ ਫਿਰ ਹਰੇ ਭਰੇ ਹੋ ਜਾਂਦੇ ਨੇ। ਮੋਰ ਮਬੀਹੇ ਬੋਲਦੇ ਨੇ, ਪੰਛੀ ਬੋਲਦੇ ਨੇ। ਬੜਾ ਸੁੰਦਰ ਵਾਤਾਵਰਨ
ਇਸ ਧਰਤੀ ਤੇ ਬਣ ਜਾਂਦਾ ਹੈ। ਮਨੁੱਖ ਦੀ ਜ਼ਿੰਦਗੀ ਨੂੰ ਵੀ ਸਤਿਗੁਰੂ ਜੀ ਨੇ ਸਾਉਣ ਦੇ ਮਹੀਨੇ ਨਾਲ ਤੁਲਨਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਜੇ ਮੀਂਹ ਪੈਂਦਾ ਹੈ, ਬਨਸਪਤੀ ਮੌਲਦੀ ਹੈ, ਹਰਿਆਵਲ ਹੁੰਦੀ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਜੀਵਾਂ ਦਾ ਇਸ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ, ਉਹ ਵੀ ਮੌਲਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਹਰਿਆਵਲ ਹੁੰਦੀ ਹੈ। ਇਸ ਜਗਤ ਵਿੱਚ ਜ਼ਿੰਦਗੀ ਜੀਉਣ ਦੇ ਦੋ ਢੰਗ ਨੇ ਜੋ ਇਸ ਮੁਖਵਾਕ ਅੰਦਰ ਸਤਿਗੁਰੂ ਜੀ ਨੇ ਦਰਸਾਏ ਨੇ। ਇੱਕ ਢੰਗ ਹੈ ਕਿ ਮਾਇਆ ਨਾਲ ਜੁੜ ਕੇ, ਜਿਹਨੂੰ ਜ਼ਹਿਰ ਦੇ ਨਾਲ ਤੁਲਨਾ ਦਿੱਤੀ ਹੈ। ਜ਼ਹਿਰ ਮਨੁੱਖ ਲਈ ਘਾਤਕ ਹੁੰਦੀ ਹੈ, ਜ਼ਹਿਰ ਮਨੁੱਖ ਦੀ ਮੌਤ ਦਾ ਕਾਰਨ ਬਣਦੀ ਹੈ। ਮਾਇਆ ਨੂੰ ਵਿਖ ਕਿਹਾ ਹੈ। ਮਾਇਆ ਮਾੜੀ ਨਹੀਂ ਹੈ, ਮਾਇਆ ਗੁਜਰਾਨ ਹੈ। ਮਾਇਆ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ, ਪਰ ਮਾਇਆ ਨਾਲ ਜੁੜ ਜਾਣਾ, ਮਾਇਆ ਵਿੱਚ ਖਚਤ ਹੋ ਜਾਣਾ। ਕੋਈ ਵੀ ਚੀਜ਼ ਜਿਹੜੀ ਹੈ, ਜਦੋਂ ਅਸੀਂ ਲੋੜ ਤੋਂ ਜ਼ਿਆਦਾ ਉਹਦੇ ਨਾਲ ਜੁੜਾਂਗੇ, ਦੁੱਧ ਜ਼ਿਆਦਾ ਪੀ ਜਾਓਗੇ ਕਦੀ ਉਹ ਵੀ ਜ਼ਹਿਰ ਬਣ ਜਾਂਦਾ ਹੈ। ਘਿਓ ਜ਼ਿਆਦਾ ਵਰਤੀ ਜਾਓਗੇ ਉਹ ਵੀ ਡਾਕਟਰ ਕਹਿੰਦੇ ਜ਼ਹਿਰ ਹੈ ਤੇਰੇ ਲਈ। ਮਿੱਠਾ ਜ਼ਿਆਦਾ ਵਰਤੋਗੇ ਉਹ ਵੀ ਜ਼ਹਿਰ ਬਣ ਜਾਂਦਾ ਹੈ। ਮਾਇਆ ਲੋੜ ਅਨੁਸਾਰ ਵਰਤੀ ਹੈ ਗੁਜਰਾਨ ਲਈ, ਤੇ ਮਾਇਆ ਜ਼ਰੂਰੀ ਹੈ। ਪਰ ਜਦੋਂ ਸਾਡਾ ਮਾਇਆ ਨਾਲ ਇੰਨਾ ਕੁ ਲਗਾਓ ਬਣ ਜਾਏ ਕਿ ਅਸੀਂ ਮਾਇਆ ਦੇ ਪਿਆਰ 'ਚ ਅੰਨੇ ਬੋਲੇ ਹੀ ਹੋ ਜਾਈਏ, ਕਿਸੇ ਦੀ ਗੱਲ ਹੀ ਨਾ ਸੁਣੀਏ, ਕਿਸੇ ਦੀਆਂ ਚੀਖਾਂ ਪੁਕਾਰਾਂ ਸਾਨੂੰ ਨਜ਼ਰ ਨਾ ਆਉਣ, ਕਿਸੇ ਦਾ ਹੱਕ ਮਾਰਨਾ ਸ਼ੁਰੂ ਕਰ ਦਈਏ, ਉਦੋਂ ਮਾਇਆ ਜ਼ਹਿਰ ਬਣ ਜਾਂਦੀ ਹੈ। ਕੋਈ ਜ਼ਹਿਰ ਨਾਲ ਜੁੜ ਕੇ ਜ਼ਿੰਦਗੀ ਬਤੀਤ ਕਰਦਾ ਹੈ, ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਜਿਵੇਂ ਹਾੜ ਦੇ ਮਹੀਨੇ ਵਿੱਚ, ਸਾਉਣ ਦੇ ਮਹੀਨੇ, ਜੇਠ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ ਤੇ ਬਨਸਪਤੀ ਸੁੱਕ ਜਾਂਦੀ ਹੈ, ਇਵੇਂ ਜ਼ਹਿਰ ਨਾਲ ਜੁੜ ਕੇ ਮਨੁੱਖ ਅੰਦਰੋਂ ਸੁੱਕ ਜਾਂਦਾ ਹੈ। ਕੁਝ ਅੰਮ੍ਰਿਤ ਦੇ ਨਾਲ ਜੁੜ ਕੇ ਜੀਵਨ ਬਤੀਤ ਕਰਦੇ ਨੇ। ਅੰਮ੍ਰਿਤ ਨੂੰ ਨਾਮ ਕਿਹਾ ਹੈ, ਨਾਮ ਅੰਮ੍ਰਿਤ ਹੈ। ਜਿਹੜੇ ਨਾਮ ਨਾਲ ਜੁੜਦੇ ਨੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਉੱਦਾਂ ਜਿਵੇਂ ਸਾਉਣ ਦੇ ਮਹੀਨੇ 'ਚ ਵਰਖਾ ਹੁੰਦੀ ਹੈ, ਬਨਸਪਤੀ ਐਨ ਮੌਲਦੀ ਹੈ, ਖਿੜਦੀ ਹੈ, ਹਰਿਆਵਲ ਹੋ ਜਾਂਦੀ ਹੈ। ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਉਹ ਜ਼ਿੰਦਗੀ ਅੰਦਰੋਂ ਹਰੇ ਭਰੇ ਹੋ ਜਾਂਦੇ ਨੇ। ਉਹਨਾਂ ਨੂੰ ਜ਼ਿੰਦਗੀ ਅੰਦਰੋਂ ਸੁਹਾਗ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕਰਕੇ, ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ, ਤੇ ਜਿਹੜੇ ਮਾਇਆ ਨਾਲ ਜੁੜੇ ਨੇ ਉਹ ਜ਼ਿੰਦਗੀ ਅੰਦਰ ਕਿਹੋ ਜਿਹੇ ਬਣ ਜਾਂਦੇ ਨੇ। ਸਾਨੂੰ ਵੀ ਇਸ ਮੁੱਖ ਵਾਕ ਦੇ ਰਾਹੀਂ ਪ੍ਰੇਰਣਾ ਕੀਤੀ ਹੈ ਕਿ ਜੇ ਅਸੀਂ ਜ਼ਿੰਦਗੀ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਹਾਂ, ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਪਾਈਏ। ਪਰਮਾਤਮਾ ਦੇ ਚਰਨਾਂ ਨੂੰ ਕਮਲ ਦੇ ਨਾਲ ਤੁਲਨਾ ਦਿੱਤੀ ਹੈ। ਕਮਲ ਖਿੜਿਆ ਹੁੰਦਾ ਹੈ, ਕਮਲ ਸੁੰਦਰ ਹੁੰਦਾ ਹੈ, ਕਮਲ ਦਾ ਸੂਰਜ ਦੇ ਨਾਲ ਪਿਆਰ ਹੁੰਦਾ ਹੈ, ਕਮਲ ਪਾਣੀ ਵਿੱਚ ਹੁੰਦਾ ਹੈ। ਕਮਲ ਦੇ ਬੜੇ ਗੁਣ ਨੇ। ਭਾਰਤੀ ਸੱਭਿਆਚਾਰ ਦੇ ਅੰਦਰ ਕਮਲ ਤੋਂ ਹੀ ਸੰਸਾਰ ਦੀ ਉਤਪਤੀ ਗਿਣੀ ਗਈ ਹੈ। ਇੱਥੇ ਪਰਮਾਤਮਾ ਦੇ ਚਰਨਾਂ ਨੂੰ ਕੌਲ ਦੇ ਨਾਲ ਤੁਲਨਾ ਦਿੱਤੀ ਹੈ। ਪਰਮਾਤਮਾ ਦੇ ਕਮਲ ਸੁੰਦਰ ਨੇ, ਚਰਨ ਸੁੰਦਰ ਨੇ। ਪਰਮਾਤਮਾ ਦੇ ਚਰਨ ਖੇੜੇ ਦਾ ਪ੍ਰਤੀਕ ਨੇ, ਆਨੰਦ ਦਾ ਘਰ ਨੇ, ਮਨੁੱਖ ਦੀ ਜ਼ਿੰਦਗੀ ਦਾ ਘਰ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦਾ ਉਹ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਪਿਆਰ ਬਣ ਗਿਆ, ਉਹਦੀ ਜ਼ਿੰਦਗੀ ਹਰੀ ਭਰੀ ਹੋ ਜਾਂਦੀ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਜੋ ਬਖਸ਼ਿਸ਼ ਇਸ ਪਵਿੱਤਰ ਮੁੱਖ ਵਾਕ ਦਾ ਹੀ ਸਾਡੇ ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦੀਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ 12ਵਾਂ ਦੀ ਪਵਿੱਤਰ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 134 ਤੇ ਪਾਵਨ ਬਾਣੀ ਦੀ 6ਵੀਂ ਪੌੜੀ ਵਿੱਚ ਇਹ ਬਚਨ ਅੰਕਿਤ ਨੇ। ਗੁਰਦੇਵ ਕਹਿੰਦੇ ਸਾਵਣ 12 ਮਾਹ, ਜੋ ਇਵੇਂ ਕਹਿ ਲਓ ਕੈਲੰਡਰ ਦਾ ਇਹ 5ਵਾਂ ਮਹੀਨਾ ਹੈ ਸਾਉਣ ਦਾ ਜੋ ਹੈ। ਸਤਿਗੁਰੂ ਜੀ ਕਹਿੰਦੇ ਸਾਵਣ, ਸਾਵਣ ਦੇ ਅਣਾਣੇ ਨੂੰ ਸਤਿਗੁਰੂ ਜੀ ਨੇ ਸਿਹਾਰੀ ਲਗਾਈ ਹੈ। ਇਹਦਾ ਅਰਥ ਕਿ ਸਾਵਣ ਵਿੱਚ, ਸਾਵਣ ਦੇ ਵਿੱਚ ਦਾ ਅਰਥ ਦਾ ਇਹ ਨਹੀਂ ਹੈ ਕਿ ਇਕੱਲਾ ਇਹ ਜਿਹੜੇ 30 ਦਿਨ ਨੇ ਸਾਉਣ ਦੇ। ਇੱਥੇ ਜ਼ਿੰਦਗੀ ਨੂੰ ਸਾਉਣ ਦੇ ਨਾਲ ਤੁਲਨਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਐਸ ਜ਼ਿੰਦਗੀ ਰੂਪ ਸਾਉਣ ਦੇ ਮਹੀਨੇ ਵਿੱਚ ਸਰਸੀ ਕਾਮਣੀ, ਕਾਮਣੀ ਮਿਲਣਾ ਇਸਤਰੀ, ਉਹ ਜੀਵ ਰੂਪੀ ਇਸਤਰੀ ਖਿੜੀ ਰਹਿੰਦੀ ਹੈ, ਆਨੰਦ 'ਚ ਰਹਿੰਦੀ ਹੈ। ਇਵੇਂ ਕਹਿ ਲਓ ਉਹਦੀ ਜ਼ਿੰਦਗੀ 'ਚ ਰਸ ਰਹਿੰਦਾ ਹੈ। ਚਰਨ ਕਮਲ ਸਿਉ ਪਿਆਰ, ਜਿਹਦਾ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਪਿਆਰ ਬਣ ਜਾਂਦਾ ਹੈ।
परमात्मा के चरण की ने? चरण का अर्थ इत्थे पैर नहीं है। चरण का अर्थ परमात्मा के गुण, परमात्मा का नाम, परमात्मा की शख्सियत। जिस मनुख का परमात्मा के नाम नाल प्यार बन जाता है, सतगुरु जी कहते वो भी जिवें साउण के महीने अंदर बनस्पति ऐन हरी भरी होंदी है ना, वो जीव रूपी इस्त्री भी जिंदगी च हरी भरी हो जाती है। परमात्मा के चरण कमलों नाल जिहदा प्यार बनता है। मन तन रता सच रंग, इको नाम आधार। इस साउण दे इस जिंदगी दे अंदर उही जीव खिड़े रह सकते ने, आनंद च रह सकते ने, जिन्हां दा मन ते तन दा अर्थ है हिरदा। मन ते तन जिन्हां दा, जां तन दा अर्थ है साडियां अखां, साडे कंन, साडा नक, ये साडी जिहवा, ये साडे तन दा हिस्सा ने। जिहड़े मन करके तन करके जिन्हां ने वाहिगुरु जी दे रंग नूं ही अपनी जिंदगी च चाढ़िया होया, जिन्हां दी रसना ते भी परमात्मा दा ही प्यार है, जिहड़े कन्नां नाल ही परमात्मा दी गल सुणदे ने, जिहड़े अखां नाल भी परमात्मा दे दीदार करदे ने, कुदरत विचों परमात्मा नूं देखण दे यतन करदे ने, वो लोग जिंदगी अंदर खिड़े रहिंदे ने, वो सदा आनंद विच रहिंदे ने, जिन्हां दे मन विच वाहिगुरू जी दा सच्चा रंग। दुनिया दे रंग बहुत ने, पर दुनिया के रंगां नूं सतगुरू जी ने कुसंबे दे फुੱਲ नाल तुलना दिती है। कुसंबे दा फुੱਲ जिहड़ा है, धुप ज़्यादा लगे तां भी उहदा रंग फिक्का पै जांदा है, उड़ जांदा है, मींह पै जाए तां भी उड़ जांदा है। ये दुनिया के जिन्ने रंग दा अर्थ हुंदा प्यार। आ दुनिया के जिन्ने प्यार ने, भावें वो किसी गद्दी का प्यार है, भावें वो किसी रुतबे का प्यार है, भावें वो किसी धन दौलत का प्यार है, भावें दुनियावी रिश्तेदारियों का प्यार है, ये सब कच्चे रंग ने, ये सदा निभण वाले नहीं है। सतगुरु साहब जी कहते सच्चा रंग, सच्चा रंग एक परमात्मा का रंग है, जिहड़ा कदी उतरदा नहीं है। जिस मनुख के अंदर परमात्मा का ये रंग चढ़ गया, वो तो मैला कदे न होवे, न लागे दागा, वो कदी मैला नहीं हुंदा, कदी उहनूं दाग नहीं लगता। वो रंग तो तत्ती लोह ते बैठ के भी उवें खिड़िया रहिंदा, लथदा नहीं है। वो रंग तो भावें देग चों बाल दिओ तां भी लथदा नहीं है। साहब कहते जिस मनुख के मन अंदर परमात्मा का रंग चढ़ गया, सच्चे रंग विच जिहड़े जुड़ गए, वो सदा इस जिंदगी अंदर खिड़े रहिंदे ने। उन्हां दी जिंदगी अंदर कोई दुख व्यापदा ही नहीं, उन्हां नूं दुख उन्हां नूं कुमला जां मुरझा ही नहीं सकदा जिंदगी दे अंदर। और इको नाम आधार, जिन्हां ने अपनी जिंदगी दे अंदर केवल एक परमात्मा दे नाम नूं ही आधार बनाया है, आसरा बनाया है, वो जीव सदा जिंदगी अंदर खिड़े रहिंदे ने। खिड़े कौन रहिंदे ने? जिवें साउण दे महीने अंदर बनस्पति खिड़ी हुई है, बड़ी सोहनी लगती है। मनुख किहड़े ने जिहड़े इस तरह सोहणे रहण जिंदगी दे अंदर? उन्हां दी पहचान दसी है, जां उन्हां दे खिड़े होण दा सतगुरु जी ने जुगत दसी कि खिड़े क्यों ने ते कौन खिड़े ने। सतगुरु जी कहंदे पहली गल खिड़े वो ने जिन्हां दा परमात्मा दे चरणां नाल प्यार है। सारी जिंदगी अंदर खिड़े हो रहिंदे ने, रस वाले वो रहिंदे ने, जिन्हां दा रंग परमात्मा दा रंग जिन्हां दे अंदर चढ़ गया है, जिन्हां दियां अखां, जिन्हां दे एक कंन, जिन्हां दी रसना परमात्मा दे रंग विच जुड़ गई है, जिन्हां दी हालत बन गई कि अंतर गुर आराधना, जिहवा जप गुर नाओ, नेत्री सतगुर पेखना, सरवणी सुनना गुर नाओ, सतगुर सेती रतियां दरगे पाईए ठाऊं। जदों एवें असीं गुरु प्रभु दे प्यार च रंगे जाने आ, देखो दुनिया दे रंग सानू सोहणे लगदे ने। असीं किसी नूं खुश करन लई कोई ना कोई खास रंग वरतदे आ कि ये रंग सोहणे लगदे ने किसी नूं, ते परमात्मा नूं रंग चंगा लगदा है सच दा रंग, झूठे रंग वधिया नहीं लगदे। गुरुदेव कहंदे जिन्हां दा मन वाहिगुरू जी दे रंग विच रंगिया गया, वो सदा खिड़े रहिंदे ने। जिन्हां ने जिंदगी दे अंदर इक्को परमात्मा दे नाम नूं ही अपनी जिंदगी दा आसरा बनाया, वो खिड़े रहिंदे ने। ते जिन्हां ने जिंदगी दे अंदर परमात्मा दे नाम नूं छड्ड दित्ता, जगजीवन पुरख त्याग कै मानस संधि आस, जिन्हां ने मनुखां दी आस रखी है, जिन्हां ने दुनियावी पदार्थां दी आस रखी है, उन्हां नूं जिंदगी अंदर हाड़ दा महीना व्यापेगा ही ना। असाड़ तपंदा तिस लगे, सतगुरु जी कहते हर नाहो न जिन्ना पास, जगजीवन पुरख त्याग के मानस संधि आस। जिन्हां दे अंदर परमात्मा दा प्यार नहीं है, उन्हां नूं ते हाड़ दी गर्मी लगेगी। जिहड़े वाहिगुरू जी दे रंग च जुड़े हुए ने, वो तो अंदरों साउण दे महीने वांगू खिड़े ने, मौले हुए ने, अंदरों हरे भरे ने,
ਕਿਉਂਕਿ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜ਼ਿੰਦਗੀ ਦਾ ਆਸਰਾ ਬਣਾ ਲਿਆ। ਉਹ ਹਰ ਗੱਲ ਵਿੱਚ ਨਾਮ ਨੂੰ ਆਪਣੀ ਜ਼ਿੰਦਗੀ ਦੀ ਉਹ ਗਿਣਦੇ ਨੇ। ਗੁਰਬਾਣੀ ਨੇ ਗੱਲ ਕਹੀ ਕਿ ਸਾਡਾ ਆਸਰਾ ਹੈ ਹੀ ਪਰਮਾਤਮਾ ਦਾ ਨਾਮ। ਨਾਮ ਅਸੀਂ ਦੁਨਿਆਵੀ ਮਨੁੱਖਾਂ ਨੂੰ ਆਪਣਾ ਆਸਰਾ ਬਣਾਉਂਦੇ ਹਾਂ, ਧਨ ਦੌਲਤ ਨੂੰ ਆਸਰਾ ਬਣਾਉਂਦੇ ਹਾਂ। ਰੱਬੀ ਪਿਆਰਿਆਂ ਨੇ ਕੇਵਲ ਤਾਂ ਕੇਵਲ ਇੱਕੋ ਗੱਲ ਕਹੀ ਹੈ ਕਿ ਨਾਮ ਹਮਾਰਾ ਭੋਜਨ ਜਿਤ ਖਾਏ ਹਮ ਕੋ ਤ੍ਰਿਵਤ ਪਈ। ਨਾਮ ਹੀ ਭੋਜਨ है, नाम ही कपड़ा है, भगत जना की बर्तन नाम, संजना के मन विश्राम। हर का नाम दास की ओट, हर के नाम उधरे जन कोट। हर जस कर सन दिन रात, हर औख सात कमात, हर जन के हर नाम निदान। रब दे प्यारियां दे लई तां जिंदगी दा खजाना परमात्मा दा नाम ही है। उन्हां नूं नाम दा ही आसरा है। भगत जी कहंदे ने कि मैं अंधले की टेक तेरा नाम खुंदकारा। ਉਹਨਾਂ ਨੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਉਹ ਐਸ ਜ਼ਿੰਦਗੀ ਦੇ ਸਾਉਣ ਦੇ ਮਹੀਨੇ 'ਚ ਸਦਾ ਖਿੜੇ ਰਹਿੰਦੇ ਨੇ, ਆਨੰਦ 'ਚ ਰਹਿੰਦੇ ਨੇ। ਵਿਖਿਆ ਰੰਗ ਕੁੜਾ ਵਿਆ ਦਿਸਣ ਸਭੇ ਇਸ਼ਾਰ। ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਪਿਆਰ 'ਚ ਜੁੜਾਂਗੇ, ਜਿਹੜਾ ਕਿਹਾ ਜਾਂਦਾ ਨਾ ਕਿ ਰੋਜ਼ ਬਾਣੀ ਪੜ੍ਹੋ, ਰੋਜ਼ ਪ੍ਰਮਾਤਮਾ ਨੂੰ ਚੇਤੇ ਕਰੋ, ਉਹਦਾ ਕੋਈ ਅਰਥ ਹੈ, ਉਹਦਾ ਕੋਈ ਭਾਵ ਹੈ। ਜਿਉਂ-ਜਿਉਂ ਅਸੀਂ ਬਾਣੀ ਪੜ੍ਹਾਂਗੇ, ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਸਿਮਰਨ ਨਾਲ ਜੁੜਾਂਗੇ, ਤਿਉਂ ਤੋਂ ਸਾਡੇ ਅੰਦਰ ਵਿਵੇਕ ਪੈਦਾ ਹੋਏਗਾ। ਵਿਵੇਕ ਦਾ ਅਰਥ ਹੁੰਦਾ ਹੈ ਸੱਚ ਝੂਠ ਨੂੰ ਜਾਣਨ ਵਾਲੀ ਮੱਤ। ਚੰਗਾ ਕੀ ਹੈ ਸਾਡੀ ਜ਼ਿੰਦਗੀ 'ਚ, ਮਾੜਾ ਕੀ ਹੈ, ਉਹਨੂੰ ਵਿਚਾਰਨ ਵਾਲੀ ਜਿਹੜੀ ਸੋਝੀ ਹੈ ਉਹ ਸਾਨੂੰ ਆਏਗੀ। ਵਿਵੇਕ ਜਿਹੜਾ ਅੰਦਰੋਂ ਗਿਆਨ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਅੰਦਰੋਂ ਅਸੀਂ ਮੈਲੇ ਹਾਂ ਉਹਨਾਂ ਚਿਰ ਸਾਡੀ ਮੱਤ ਜਿਹੜੀ ਉਹ ਦੁਰਮਤ ਵਾਲੀ ਹੁੰਦੀ, ਮਾੜੇ ਬੰਨੇ ਮੰਨ ਜਾਂਦਾ ਹੈ, ਔਗਣਾ ਵਾਲੇ ਬੰਨੇ ਜਾਂਦਾ ਹੈ। ਸਾਨੂੰ ਜ਼ਿੰਦਗੀ 'ਚ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ, ਕਿਹੜੀ ਮਾੜੀ ਹੈ। ਵਿਵੇਕ ਮੱਤ ਨਹੀਂ ਹੁੰਦੀ ਸਾਡੇ ਕੋਲ, ਨਿਰਣਾ ਕਰਨ ਵਾਲੀ ਮੱਤ ਨਹੀਂ ਹੁੰਦੀ। ਪਰ ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ 'ਚ ਜੁੜੀਦਾ ਹੈ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਦਰੋਂ ਮੈਲ ਮਿਟਦੀ ਹੈ, ਮੱਤ ਉਜਲ ਹੁੰਦੀ ਹੈ। ਜਿਉਂ-ਜਿਉਂ ਮੱਤ ਉਜਲ ਹੁੰਦੀ ਹੈ, ਵਿਵੇਕ ਮੱਤ ਹੁੰਦੀ ਹੈ, ਕਿ ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਜ਼ਿੰਦਗੀ 'ਚ ਤਾਂ ਨਾਲ ਨਿਭਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਉਹ ਫਿਰ ਕੀ ਦੇਖਦਾ ਹੈ ਕਿ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਇਸ਼ਾਰ। ਉਸ ਮਨੁੱਖ ਨੂੰ ਦੁਨੀਆ ਦੇ ਸਾਰੇ ਰੰਗ, ਸਾਰੇ ਪਿਆਰ ਕੂੜੇ ਨਜ਼ਰ ਆਉਂਦੇ ਨੇ। ਵਿਖਿਆ ਦਾ ਅਰਥ ਹੈ ਮਾਇਆ। ਮਾਇਆ ਦਾ ਰੰਗ ਉਹਨੂੰ ਕੂੜਾ ਨਜ਼ਰ ਆਉਂਦਾ। ਉਹ ਮਾਇਆ ਵਰਤਦਾ ਹੈ ਪਰ ਮਾਇਆ ਵਿੱਚ ਉਦਾਸ ਰਹਿੰਦਾ ਹੈ। ਉਹ ਮਾਇਆ ਦੀ ਖਾਤਰ ਬੇਈਮਾਨ ਨਹੀਂ ਹੁੰਦਾ, ਉਹ ਮਾਇਆ ਦੀ ਖਾਤਰ ਝੂਠ ਨਹੀਂ ਬੋਲਦਾ, ਉਹ ਮਾਇਆ ਦੀ ਖਾਤਰ ਕਿਸੇ ਨਾਲ ਠੱਗੀ ਠੋਰੀ ਹੇਰਾ ਫੇਰ ਧੱਕਾ ਜੋਰੀ ਨਹੀਂ ਕਰਦਾ। ਜਦੋਂ ਆਪਾਂ ਮਾਇਆ ਆਪਣੀ ਮਿਹਨਤ ਦੇ ਨਾਲ ਕਮਾਉਂਦੇ ਹਾਂ, ਸਾਡੀ ਜ਼ਿੰਦਗੀ ਅੰਦਰ ਤਸੱਲੀ ਨਹੀਂ ਹੁੰਦੀ, ਫਿਰ ਅਸੀਂ ਈਮਾਨ ਨੂੰ ਛੱਡ ਕੇ ਬੇਈਮਾਨ ਹੋ ਜਾਂਦੇ ਹਾਂ। ਅਸੀਂ ਦੂਜਿਆਂ ਦਾ ਹੱਕ ਮਾਰਦੇ ਸਮਝੋ ਉਦੋਂ ਸਾਡੇ 'ਤੇ ਮਾਇਆ ਦਾ ਰੰਗ ਚੜ੍ਹ ਗਿਆ। ਅਤੇ ਜਿਹਦੇ 'ਤੇ ਮਾਇਆ ਦਾ ਰੰਗ ਚੜ੍ਹ ਜਾਏ, ਸਤਿਗੁਰੂ ਜੀ ਨੇ ਉਹਦੇ ਪ੍ਰਥਾਇਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬਹੁ ਰੋਲ ਕਚੋਲਾ। ਉਹ ਅੰਨਾ ਹੋ ਜਾਂਦਾ, ਉਹ ਬੋਲਾ ਹੋ ਜਾਂਦਾ। ਅੰਨਾ ਹੋਣ ਦਾ ਅਰਥ ਹੈ ਕਿ ਉਹਨੂੰ ਕੋਈ ਫਿਰ ਨਜ਼ਰ ਨਹੀਂ ਆਉਂਦਾ ਕਿ ਮੈਂ ਕਿੰਨਾ ਗਲਤ ਕੰਮ ਕਰ ਰਿਹਾ ਹਾਂ। ਉਹਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਨਜ਼ਰ ਨਹੀਂ ਆਉਂਦੀਆਂ। ਆਪਾਂ ਦੇਖਦੇ ਕਿੰਨੇ ਅੰਨੇ ਤੁਰੇ ਫਿਰਦੇ ਨੇ ਸਾਡੇ ਸਮਾਜ ਦੇ ਅੰਦਰ। ਦੁਨੀਆ ਕੁਰਲਾ ਰਹੀ ਹੈ, ਦੁਨੀਆ ਜਿਹੜੀ ਹੈ ਉਹ ਤਬਾਹ ਹੋ ਰਹੀ ਹੈ, ਪਰ ਉਹ ਅੰਨੇ ਮੌਜਾਂ ਮਾਣ ਰਹੇ ਨੇ, ਬੋਲੇ ਮੌਜਾਂ ਮਾਣ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਵਿਖਿਆ ਦਾ ਰੰਗ ਚੜ੍ਹ ਗਿਆ ਉਹ ਅੰਨੇ ਬੋਲੇ ਹੋ ਜਾਂਦੇ ਨੇ, ਪਰ ਜਿਹੜੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦੇ ਨੇ ਉਹ ਇਹ ਗੱਲ ਦੇਖ ਲੈਂਦੇ ਕਿ ਵਿਖਿਆ ਰੰਗ ਕੁੜਾਵਿਆ। ਇਹ ਮਾਇਆ ਦਾ ਰੰਗ ਤਾਂ ਕੂੜਾ ਹੈ, ਰੰਗ ਮਹਿਣਾ ਪਿਆਰ। ਅੱਜ ਮਾਇਆ ਨੂੰ ਪਿਆਰ ਕਰਕੇ ਮਾਇਆ ਇਕੱਤਰ ਕਰ ਲਈ, ਪਰ ਜਦੋਂ ਮੇਰੇ 'ਤੇ ਵਿਪਤਾ ਬਣੀ ਉਦੋਂ ਤੇ ਮਾਇਆ ਨੇ ਸਾਥ ਨਹੀਂ ਦੇਣਾ। ਉਦੋਂ ਤੇ ਸਮਾਂ ਇੱਕ ਇਹੋ ਜਿਹਾ ਆਉਂਦਾ ਹੈ, ਡਾਕਟਰ ਨੂੰ ਅਸੀਂ ਕਹਿੰਦੇ ਡਾਕਟਰ ਸਾਹਿਬ ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਇਹਨੂੰ ਇਸ ਰੋਗ ਤੋਂ ਬਚਾ ਲਓ। ਪੈਸੇ ਅਸੀਂ ਪਾਣੀ ਵਾਂਗੂ ਰੋੜ ਦੇਵਾਂਗੇ। ਡਾਕਟਰ ਸਾਹਿਬ ਕਹਿੰਦੇ ਇੱਥੇ ਤੇ ਪੈਸਿਆਂ ਨਾਲ ਗੱਲ ਹੀ ਨਹੀਂ ਬਣਨੀ, ਹੁਣ ਤੇ ਪ੍ਰਮਾਤਮਾ ਦੇ ਵੱਸ 'ਚ ਹੈ, ਮੈਂ ਕੁਝ ਨਹੀਂ ਕਰ ਸਕਦਾ, ਲੈ ਜਾਓ ਘਰ ਜਾ ਕੇ ਇਹਦੀ ਸੇਵਾ ਕਰੋ। ਉੱਥੇ ਮਾਇਆ ਕੂੜੀ ਹੋ ਜਾਂਦੀ ਹੈ, ਉੱਥੇ ਮਾਇਆ ਜਿਹੜੀ ਹੈ ਸੁਆਹ ਹੋ ਜਾਂਦੀ। ਜਿਸ ਮਾਇਆ ਨੂੰ ਅਸੀਂ ਆਸਰਾ ਬਣਾਇਆ ਹੁੰਦਾ ਹੈ ਉਹ ਮਾਇਆ ਕਿਸੇ ਕੰਮ ਦੀ ਨਹੀਂ ਰਹਿ ਜਾਂਦੀ। ਅਤੇ ਜਿਹੜੇ ਰੱਬ ਦੇ ਪਿਆਰ ਜੁੜਦੇ ਨੇ ਉਹ ਅੰਦਰੋਂ ਇੰਨੇ ਵਿਵੇਕਵਾਨ ਹੋ ਜਾਂਦੇ ਨੇ, ਇੰਨੇ ਉਗਿਆਨਵਾਨ ਹੋ ਜਾਂਦੇ ਨੇ ਕਿ ਵਿਖਿਆ ਰੰਗ ਕੁੜਾਵਿਆ। ਉਹ ਕਹਿੰਦੇ ਮਾਇਆ ਦਾ ਰੰਗ ਤਾਂ ਕੂੜਾ ਹੈ ਭਾਈ। ਭਾਵ ਮਾਇਆ ਦਾ ਪਿਆਰ ਜਿਹੜਾ ਹੈ ਇਹ ਸਦਾ ਨਾਲ ਨਿਭਣ ਵਾਲਾ ਨਹੀਂ ਹੈ। ਅੱਜ ਤੱਕ ਮਾਇਆ ਨੇ ਕਿਸੇ ਦਾ ਸਾਥ ਨਹੀਂ ਦਿੱਤਾ। ਮਨੁੱਖ ਨੇ ਮਾਇਆ ਦੀ ਖਾਤਰ ਆਪਣਾ ਈਮਾਨ ਗਵਾ ਦਿੱਤਾ। ਦੀਨ ਗਵਾਇਆ ਦੁਨੀ ਸਿਓ
ਦੁਨੀ ਨਾ ਚਾਲੀ ਸਾਥ। ਦੁਨੀਆ ਦੀ ਖਾਤਰ ਅਸੀਂ ਆਪਣਾ ਦੀਨ ਤਿਆਗ ਦਿੰਦੇ ਹਾਂ, ਪਰ ਜਦੋਂ ਬੰਦਾ ਜਾਣ ਲੱਗਦਾ ਦੁਨੀਆ ਤੇ ਨਾਲ ਨਹੀਂ ਜਾਂਦੀ। ਨਾ ਕੋਈ ਰਿਸ਼ਤੇਦਾਰ ਨਾਲ ਜਾਂਦਾ ਹੈ, ਨਾ ਕੋਈ ਧਨ ਦੌਲਤ ਨਾਲ ਜਾਂਦਾ ਹੈ, ਨਾ ਕੋਈ ਹੋਰ ਰੁਤਬਾ ਨਾਲ ਜਾਂਦਾ ਹੈ। ਮਨੁੱਖ ਨੂੰ ਤੇ ਇਕੱਲੇ ਤੋਰ ਦਿੱਤਾ ਜਾਂਦਾ ਹੈ। ਮਨੁੱਖ ਦਾ ਤੇ ਸਰੀਰ ਵੀ ਨਾਲ ਨਹੀਂ ਜਾਂਦਾ। ਉਹ ਸਰੀਰ ਦੇ ਉੱਪਰ ਵੀ ਜੇ ਕਿਤੇ ਕੋਈ ਗਹਿਣੇ ਗੱਟੇ ਪਾਏ ਹੋਣ ਬੰਦੇ ਨੇ, ਉਹ ਵੀ ਲਾ ਲੈਂਦੇ ਨੇ, ਉਹ ਵੀ ਲਾ ਲੈਂਦੇ ਉਸ ਵੇਲੇ, ਉਹ ਵੀ ਸਾਥ ਨਹੀਂ ਜਾਂਦੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ, ਅੰਤ ਕੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਲੰਗੋਟੀ ਬੰਨ੍ਹਦੇ ਸਨ ਪਹਿਲਾਂ ਬਜ਼ੁਰਗ ਜਿਹੜੇ ਸਨ, ਕਈ ਬੁਢੇਪੇ ਵੇਲੇ ਥੋੜ੍ਹਾ ਬਹੁਤਾ ਬਚਾ ਬਚੂ ਕੇ ਪੈਸਾ ਧੇਲਾ ਪਲੀ ਲੰਗੋਟੀ ਦੇ ਪੱਲੇ ਬੰਨ੍ਹ ਲੈਂਦੇ ਸਨ। ਤੇ ਬਾਬਾ ਕਬੀਰ ਸਾਹਿਬ ਜੀ ਕਹਿਣਗੇ ਅਖੀਰ ਵੇਲੇ ਲੰਗੋਟੀ ਵੀ ਲਾ ਲਈ ਅਗਲਿਆਂ ਨੇ ਕਿ ਇਹ ਵੀ ਉਤਾਰ ਲਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਗਿਆਨਵਾਨ ਲੋਕ ਨੇ ਉਹ ਦੇਖ ਲੈਂਦੇ ਨੇ ਕਿ ਵਿਖਿਆ ਰੰਗ ਕੁੜਾਵਿਆ। ਇਹ ਮਾਇਆ ਦਾ ਜਿਹੜਾ ਮੋਹ ਹੈ ਨਾ, ਇਹ ਮਾਇਆ ਦੀ ਜ਼ਹਿਰ ਦਾ ਰੰਗ ਜਿਹੜਾ ਹੈ ਇਹ ਕੂੜਾ ਹੈ, ਇਹ ਸਾਥ ਦੇਣ ਵਾਲਾ ਨਹੀਂ ਹੈ। ਮਾਇਆ ਲੱਗਦੀ ਚੰਗੀ ਹੈ, ਲੱਗਦੀ ਸੋਹਣੀ ਹੈ, ਲੇਕਿਨ ਇਹ ਮਨੁੱਖ ਦਾ ਸਾਥ ਦੇਣ ਵਾਲੀ ਨਹੀਂ ਹੈ। ਦਿਸਨ ਸਭੇ ਸ਼ਾਰ, ਸ਼ਾਰ ਮੈਣਾ ਸੁਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਗਿਆਨਵਾਨ ਮਨੁੱਖ ਨੂੰ ਦੁਨੀਆ ਦੇ ਜਿੰਨੇ ਰੰਗ ਨੇ ਉਹ ਸੁਆਦ ਹੀ ਨਹੀਂ ਨਜ਼ਰ ਆਉਂਦੇ ਨੇ। ਗੁਰੂ ਕੀ ਬਾਣੀ ਦਾ ਪਾਵਨ ਬਚਨ ਹੈ, ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ। ਇਹ ਜੋ ਕੁਝ ਹੈ ਸਵਾਦ ਹੀ ਨਹੀਂ ਆਈ ਹੈ, ਇਹ ਕੂੜ ਹੈ। ਕੇਵਲ ਪ੍ਰਮਾਤਮਾ ਦਾ ਨਾਮ ਸਾਰ ਧਨ ਹੈ, ਤਤ ਵਸਤੂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਦੇਖ ਲੈਂਦੇ ਨੇ ਕਿ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ, ਕਿ ਵਿਖਿਆ ਦਾ ਰੰਗ ਜਿਹੜਾ ਮਾਇਆ ਦਾ ਰੰਗ ਇਹ ਕੂੜਾ ਹੈ, ਪਿਆਰ ਕੂੜਾ ਹੈ। ਔਰ ਪ੍ਰਮਾਤਮਾ ਤੋਂ ਬਿਨਾਂ ਸਭ ਕੁਝ ਸਵਾਦ ਹੀ ਨਹੀਂ ਆਈ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਇਸ ਮਾਇਆ ਦੇ ਮੋਹ ਦੇ ਮੁਕਾਬਲੇ ਤੇ ਪਰਮਾਤਮਾ ਦਾ ਪਿਆਰ ਹੈ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਮਿੱਠਾ ਹੁੰਦਾ ਹੈ, ਅੰਮ੍ਰਿਤ ਪਵਿੱਤਰ ਹੁੰਦਾ ਹੈ, ਅੰਮ੍ਰਿਤ ਮਨੁੱਖ ਨੂੰ ਜੀਵਨ ਪ੍ਰਦਾਨ ਕਰਦਾ ਹੈ। ਅੰਮ੍ਰਿਤ ਦੇ ਅਰਥ ਨੇ ਉਹ ਵਸਤੂ ਮ੍ਰਿਤ ਤੋਂ ਰਹਿਤ ਕਰ ਦੇਣ ਵਾਲੀ। ਮ੍ਰਿਤ ਮੈਨਾ ਮੌਤ, ਜੋ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰਾ ਦੇਵੇ, ਜੋ ਜ਼ਿੰਦਗੀ ਅੰਦਰੋਂ ਮੌਤ ਦੇ ਡਰ ਨੂੰ ਕੱਟ ਦੇਵੇ, ਉਹਨੂੰ ਅੰਮ੍ਰਿਤ ਕਿਹਾ। ਅੰਮ੍ਰਿਤ ਕੋ ਪਾਣੀ ਨਹੀਂ ਹੈ, ਅੰਮ੍ਰਿਤ ਦਾ ਗੁਣ ਨੇ ਪਰਮਾਤਮਾ ਦੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਦਾ ਨਾਮ ਅੰਮ੍ਰਿਤ ਵਾਂਗੂ ਮਿੱਠਾ ਹੈ। ਪਰਮਾਤਮਾ ਦਾ ਨਾਮ ਜ਼ਿੰਦਗੀ 'ਚ ਮੌਤ ਤੋਂ ਰਹਿਤ ਜੀਵਨ ਪ੍ਰਦਾਨ ਕਰਦਾ ਹੈ। ਪਰਮਾਤਮਾ ਦਾ ਨਾਮ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਦੀ ਜੇ ਬੂੰਦ ਵੀ ਮਿਲ ਜਾਏ ਨਾ, ਇੱਕ ਬੰਨੇ ਦੁਨੀਆ ਦੇ ਪਦਾਰਥਾਂ ਦਾ, ਸਾਰੀ ਦੁਨੀਆ ਦੇ ਪਦਾਰਥਾਂ ਦੇ ਪਿਆਰ ਦੀ ਗੱਲ ਹੈ। ਮਨੁੱਖ ਦੇ ਕੋਲ ਧਨ ਦੌਲਤ ਦੇ ਢੇਰ ਲੱਗੇ ਹੋਣ, ਪਰ ਉਹ ਢੇਰ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਦੁੱਖਾਂ ਤੋਂ ਬਚਾ ਹੀ ਨਹੀਂ ਸਕਦੇ। ਮਨੁੱਖ ਦੇ ਕੋਲ ਬਹੁਤ ਰੁਤਬੇ ਹੋਣ, ਸਾਰੀ ਧਰਤੀ ਦਾ ਉਹ ਮਾਲਕ ਹੋਏ, ਪਰ ਇਹ ਧਰਤੀ ਦੀ ਮਲਕੀਅਤ ਉਸ ਨੂੰ ਦੁੱਖਾਂ ਤੋਂ ਬਚਾ ਨਹੀਂ ਸਕਦੀ। ਪਰ ਦੂਸਰੇ ਬੰਨੇ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਦੀ ਇੱਕ ਬੂੰਦ ਦੀ ਗੱਲ ਕੀਤੀ ਹੈ। ਇੱਕ ਬੂੰਦ ਪਰਮਾਤਮਾ ਦੇ ਨਾਮ ਦੀ ਇੱਕ ਬੂੰਦ ਜਿਹੜੀ ਹੈ ਨਾ, ਉਹ ਸੁਹਾਵਣੀ ਹੈ, ਉਹ ਸੋਹਣੀ ਹੈ, ਉਹ ਜ਼ਿੰਦਗੀ ਅੰਦਰ ਆਨੰਦ ਦਿੰਦੀ ਹੈ। ਮਿਲ ਸਾਧੂ ਪੀਵਣ ਹਾਰ। ਸਵਾਲ ਇਹ ਹੈ ਕਿ ਉਹ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਬੂੰਦ ਨੂੰ ਮਾਣਿਆ ਕਿਵੇਂ ਜਾਏ, ਉਹ ਪ੍ਰਾਪਤ ਕਿਵੇਂ ਹੋਏ। ਸਤਿਗੁਰੂ ਜੀ ਕਹਿੰਦੇ ਉਹ ਨਾਮ ਅੰਮ੍ਰਿਤ ਦੀ ਬੂੰਦ ਜੇ ਪੀਣੀ ਹੈ ਨਾ, ਮਿਲ ਸਾਧੂ। ਸਾਧੂ ਦਰ ਤੇ ਇੱਥੇ ਗੁਰੂ ਹੈ। ਗੁਰੂ ਕੀ ਸੰਗਤ ਵਿੱਚ ਆ ਕੇ ਆਪਾਂ ਉਸ ਅੰਮ੍ਰਿਤ ਬੂੰਦ ਨੂੰ ਮਾਣ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਉਹ ਸਾਨੂੰ ਗੁਰੂ ਦੇ ਦਰ ਤੋਂ ਨਾਮ ਅੰਮ੍ਰਿਤ ਬੂੰਦ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਇਹ ਗੱਲ ਕਹੀ ਕਿ ਐਸ ਜ਼ਿੰਦਗੀ ਦੇ ਵਿੱਚ ਉਹ ਲੋਕ ਹਰੇ ਭਰੇ ਨੇ ਜਾਂ ਖੁਸ਼ ਨੇ, ਪ੍ਰਸੰਨ ਨੇ, ਸਦਾ ਆਨੰਦ ਵਿੱਚ ਨੇ, ਜਿਨ੍ਹਾਂ ਦੇ ਪਰਮਾਤਮਾ ਦੇ ਕਮਲ ਵਰਗੇ ਚਰਨਾਂ ਨਾਲ ਪਿਆਰ ਪੈ ਗਿਆ, ਜਿਹੜੇ ਸਦਾ ਇੱਕ ਵਾਹਿਗੁਰੂ ਜੀ ਦੇ ਸੱਚੇ ਰੰਗ ਵਿੱਚ ਰੰਗੇ ਰਹਿੰਦੇ ਨੇ, ਜਿਨ੍ਹਾਂ ਨੇ ਜ਼ਿੰਦਗੀ 'ਚ ਪਰਮਾਤਮਾ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ, ਜਿਨ੍ਹਾਂ ਨੇ ਦੁਨੀਆ ਦੇ ਰੰਗਾਂ ਨੂੰ ਕੂੜੇ ਸਮਝ ਕੇ ਇਹਦੇ ਤੋਂ ਉੱਚੇ ਉੱਠ ਗਏ ਨੇ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਪਰਮਾਤਮਾ ਦੇ ਨਾਮ ਦੀ ਬੂੰਦ ਵੀ ਜਿਹੜੀ ਹੈ ਨਾ ਉਹ ਅੰਮ੍ਰਿਤ ਹੈ। ਉਹ ਸਾਨੂੰ ਜ਼ਿੰਦਗੀ ਦੇ ਅੰਦਰ ਆਨੰਦ ਪ੍ਰਦਾਨ ਕਰੇਗੀ, ਸੁਖ ਪ੍ਰਦਾਨ ਕਰੇਗੀ, ਮੌਤ ਦੇ ਡਰ ਤੋਂ ਮੁਕਤ ਕਰ ਦੇਵੇਗੀ। ਤੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਇਹ ਬੂੰਦ ਮਿਲਣੀ ਸਤਿਗੁਰੂ ਦੇ ਕੋਲੋਂ ਹੈ, ਉਹ ਮਨੁੱਖ ਗੁਰੂ ਦੇ ਰਾਹੀਂ ਸਦਾ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਸਦਾ ਖਿੜੇ ਰਹਿੰਦੇ ਨੇ, ਸਦਾ ਆਨੰਦ ਵਿੱਚ ਰਹਿੰਦੇ ਨੇ।
कि सतगुरु जी कहते वो परमात्मा है की है, परमात्मा कित्थे है जिहदे प्यार जुड़ने। मान तृण प्रभ संग मोह लिया समर्थ पुरख अपार। भाई वो परमात्मा जिहड़े ने मान तृण दा अर्थ है कि समुची बनस्पति विच, हर कख विच, तीले विच, हर थां ते जल थल मेल पूरे स्वामी सिरजनहार। वो परमात्मा जिहड़ा समर्थ है, समर्थ दा अर्थ है ਉਹਦੇ ਵਿੱਚ हर चीज़ की समर्था है। वो सब तो वड्ड समर्थ गुरदेव, सारियां तो वड्डा है। वो इन्ना समर्थ है कि सारी दुनिया वो अगे झुकदी है। वो इन्ना समर्थ है कि ये पौन पानी बैसंतर, ये धरती, ये आकाश, ये सूरज, ये चंद्रमा, पता नहीं किन्ने को देवी देवते, सारी दुनिया उन्होंने गा रही है। वो इन्ना समर्थ है। सतगुरु साहब जी उसकी समर्था का जिक्र करते हैं। आप सोदर की बाणी पढ़ते हैं जिस वेले ये बचन पढ़ते, गावन तुदनो पौन पानी बैसंतर, गावे राजा धर्म द्वारे, गावन तुनो ईश्वर ब्रह्मा देवी सोहन तेरे सदा सवारे, गावन तुनो इंद्र इंद्रासन बैठे देवतियां दरनाले। वो इन्ना समर्थ है कि सारे उन्होंने ही गा रहे हैं। परमात्मा इन्ना समर्थ है। सतगुरु गुरु अर्जन देव जी ने बचन किया सी, हर जेठ जुड़न दा लोड़िए जिस अगे सब ने मन, जिहदे अगे सारी दुनिया झुकदी। परमात्मा इन्ना समर्थ है कि सारी कायनात उहदे हुक्म दे अंदर है, ये सारा संसार उहदे हुक्म दे अंदर है। इस करके सतगुरु जी कहंदे वाण तृण प्रभ संग मोह लिया समर्थ। वो परमात्मा समर्थ है मारन जीवालन दे, सारी धरती नूं बनाउण वाला, मारे राखे एको आह मानु के किस नाही हाथ। मनुखां दी सिरजना करन वाला, मनुखां नूं पालण वाला, मनुखां नूं लय करन वाला, धरती नूं चलाउण वाला, वो परमात्मा इन्ना समर्थ है कि गुरु साहब जी कहंदे पुरख, पुरख दा अर्थ हुंदा है पुरुषेत, संस्कृत दा लफ्ज़ है पुरुषेत। पुरुषेत दा अर्थ हुंदा लेटिया होया। वो परमात्मा जिहड़ा सारे थावां ते व्यापक है। परमात्मा जगत नूं बनाउण वाला है, समर्थ है। पर समर्थ हुंदियां होया वो परमात्मा सारी दुनिया 'च ही बैठा होया है, वो साडे अंदर भी बैठा होया। पुरख दा अर्थ है व्यापक, रमिया होया। वो परमात्मा जिहड़ा वड्डा समर्थ है, वो परमात्मा जिहड़ा सर्व व्यापक है, वो परमात्मा जिहड़ा अपर अपार है। अपार दा अर्थ है कि जिहदा कोई पारावार ही नहीं है। दुनियावी हर मनुख हस्ती व्यक्ति का कोई ना कोई लेखा जोखा है, उहदे गुणां दा कोई हिसाब किताब है, उहदी पावर का कोई लेखा जोखा है। पर परमात्मा के गुणां का कोई लेखा जोखा नहीं है। जिस भी पासे तो तुसीं तुर पाओगे, सतगुरु साहब जी कहंदे अंत न सिवती कहण ना अंत, अंत न करने देण ना अंत, अंत न वेखण सुण ना अंत, अंत कारण किते विल लाए ताकि अंत ना पाए जाए। वो परमात्मा का किसी पक्ष तो भी असी पारावार पा ही नहीं सकते। इस करके उन्होंने अपार किया है, अपर अपार। पार ब्रह्म भी इसे करके किया है, अपरंपर भी इसे करके किया है। क्यों परे तो परे है, वह कोई पारावार नहीं है। सतगुरु जी कहते वो परमात्मा जिहड़ा समुची कायनात विच है, वाण तृण प्रभ संग मोह लिया समर्थ पुरख अपार। आ धरती ते जिन्ना खेड़ा है ना, केवल मनुख की गल नहीं है कि जिहड़ा मनुख परमात्मा के प्यार में जुड़ेगा वो खिड़ेगा, ये तो है ही है। पर सतगुरु जी कहते जिहड़े मनुख परमात्मा के प्यार जुड़े वो खिड़ गए। पर आ समुची कायनात जिहड़ी है ना, ये भी जे मौली है, इत्थे जे कोई सुंदरता है, जिथे कोई हरियावल है, इत्थे कोई जिंदगी है, तो परमात्मा करके है। वाण तृण प्रभ संग मोह लिया, ये परमात्मा करके ही जंगल मौले बैठे ने, बूटे मौले बैठे ने, दरख्तां दे उपर फुल लगे ने, फल लगे ने, परमात्मा करके ने। क्योंकि परमात्मा समर्थ है, पुरख है, व्यापक है, अपर अपार है। जदों परमात्मा के ये गुण सुने गुरु को आके, क्योंकि अमृत बूंद सुहावनी मिल साधु पीवनहार। वाहिगुरु वो नाम अमृत नूं मानण दा जो जुग तो है, गुरु की संगत विच आउणा। हुण गुरु को आके पता लगा कि परमात्मा ते समुची कायनात विच रमिया होया, वाण तृण प्रभ संग मोह लिया है। वो तो अपर अपार है। उस परमात्मा के ये गुण सुन के अंदर एक चाह पैदा होया। जिस व्यक्ति के गुणां नूं तुसीं जाणदे नहीं, जिस दी तारीफ का तुहानूं पता नहीं है, जिहदी हस्ती का, जिहदे सुभाਅ का, जिहदी शख्सियत का तुहानूं पता नहीं है, वो कई बारी साडे कोल ही बैठा होए ना, तो असीं कोई बहुती परवाह जी नहीं करते। जे बाਅਦ पता लगे कहंदे हैं आपां ते बैठे सी, पता ही नहीं लग्या इन्ना महान बंदा है। परमात्मा नूं असीं रोज़ चेते करदे, रब रब को वाहिगुरू कहिंदा, कोई करतार कहिंदा, कोई ईश्वर कहिंदा, राम कहिंदा, अल्लाह कहिंदा। पर रब है किहो जिहा ये तो सानू नहीं ना पता। असीं सिर्फ रब करके उन्होंने जानते, पर रब है किहो जिहा। जदों असीं गुरु कोल आउंदे आ
ਰੱਬ ਦੀ ਮਹਾਨਤਾ ਦਾ ਪਤਾ ਲੱਗਦਾ ਕਿ ਰੱਬ ਹੈ ਕਿਹੋ ਜਿਹਾ, ਰੱਬ ਦੀ ਹਸਤੀ ਕੀ ਹੈ, ਰੱਬ ਦੇ ਗੁਣ ਕੀ ਨੇ, ਰੱਬ ਦੀ ਪਾਵਰ ਕੀ ਹੈ, ਰੱਬ ਦਾ ਸੁਭਾਅ ਕੀ ਹੈ, ਰੱਬ ਦੀ ਸ਼ਖਸੀਅਤ ਕੀ ਹੈ। ਜਦੋਂ ਪਤਾ ਲੱਗਿਆ ਰੱਬ ਦੇ ਗੁਣਾਂ ਦਾ, ਫਿਰ ਹਰ ਮਿਲਣੈ ਨੋ ਮਨ ਲੋਚਦਾ, ਫਿਰ ਉਸ ਪ੍ਰਮਾਤਮਾ ਨੂੰ ਮਿਲਣ ਦੇ ਅੰਦਰ ਇੱਕ ਲੋਚਾ ਪੈਦਾ ਹੋ ਗਈ, ਤਾਂਘ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ, ਜਿਹਨੂੰ ਆਪਾਂ ਭਗਤੀ ਕਹਿੰਦੇ ਨਾ। ਭਗਤੀ ਦਾ ਅਰਥ ਹੁੰਦਾ ਹੈ ਅੰਦਰ ਮਿਲਣ ਦੇ ਲਈ ਪਿਆਸ ਪੈਦਾ ਹੋਣਾ। ਭਗਤੀ ਕੋ ਕੱਪੜੇ ਪਾਉਣਾ ਨਹੀਂ ਹੈ, ਭਗਤੀ ਕੋ ਅੱਖਾਂ ਮੀਟ ਕੇ ਬੈਠਣਾ ਜਾਂ ਮਾਲਾ ਫੇਰਨਾ ਨਹੀਂ ਹੈ, ਜਾਂ ਨਹਾਉਣਾ ਧੋਣਾ ਜਾਂ ਇੱਧਰ ਉੱਧਰ ਮੱਥਾ ਟੇਕਣਾ ਨਹੀਂ ਹੈ। ਭਗਤੀ ਦਾ ਅਰਥ ਹੈ ਅੰਦਰ ਉਹਨੂੰ ਮਿਲਣ ਦੇ ਲਈ ਖਿੱਚ ਪੈਦਾ ਹੋਣੀ, ਜਿਵੇਂ ਕਮਲ ਦੀ ਸੂਰਜ ਦੇ ਨਾਲ ਖਿੱਚ ਹੈ। ਕਮਲ ਜਿਹੜਾ ਹੈ ਨਾ ਸੂਰਜ ਨੂੰ ਦੇਖ ਕੇ ਖਿੜਦਾ ਹੈ ਨਾ, ਇਹ ਕਮਲ ਦੀ ਭਗਤੀ ਹੈ ਸੂਰਜ ਦੇ ਪ੍ਰਤੀ। ਕਮਲ ਹਰਿਆ ਰਹਿੰਦਾ ਪਾਣੀ ਕਰਕੇ, ਇਹ ਕਮਲ ਦੀ ਭਗਤੀ ਹੈ ਪਾਣੀ ਕਰਕੇ, ਪਾਣੀ ਦੇ ਨਾਲ। ਇਸ ਕਰਕੇ ਜਦੋਂ ਪ੍ਰਮਾਤਮਾ ਦੇ ਗੁਣਾਂ ਦਾ, ਵਡਿਆਈਆਂ ਦਾ ਪਤਾ ਲੱਗਾ, ਤੇ ਫਿਰ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਖਿੱਚ ਪੈਦਾ ਹੋ ਗਈ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਦੋਂ ਮਿਲਣ ਦੇ ਅੰਦਰ ਲੋਚਾ, ਭੁੱਖ, ਪਿਆਸ, ਖਿੱਚ ਪੈਦਾ ਹੋਈ ਕਿ ਉਹ ਪ੍ਰਮਾਤਮਾ ਮਿਲ ਕਿਵੇਂ ਸਕਦਾ ਹੈ। ਜਿਸ ਪ੍ਰਮਾਤਮਾ ਦੇ ਪਿਆਰ 'ਚ ਜੁੜ ਕੇ ਅਸੀਂ ਹਰੇ ਭਰੇ ਹੋ ਸਕਦੇ ਹਾਂ, ਜਿਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਸਾਡੀ ਜ਼ਿੰਦਗੀ 'ਚੋਂ ਦੁੱਖ ਦੂਰ ਹੋ ਸਕਦੇ ਨੇ, ਜਿਸ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਬੂੰਦ ਵਰਗਾ ਹੈ, ਉਸ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਸਮਰੱਥ ਹੈ, ਪੁਰਖ ਹੈ, ਅਪਾਰ ਹੈ, ਜਿਹੜਾ ਇਸ ਕਾਇਨਾਤ ਦੇ ਵਿੱਚ ਬੈਠਾ ਤੇ ਕਾਇਨਾਤ ਹਰੀ ਭਰੀ ਦੁਨੀਆ ਚੱਲਦੀ ਫਿਰਦੀ, ਉਹ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾਏ। ਸਤਿਗੁਰੂ ਜੀ ਕੇ ਅੰਦਰ ਇੱਕ ਜਗਿਆਸਾ ਪੈਦਾ ਹੋਈ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਫਿਰ ਸਾਨੂੰ ਇੱਕ ਪਤਾ ਲੱਗਾ ਕਿ ਪ੍ਰਮਾਤਮਾ ਨੂੰ ਮਿਲਣਾ ਨਾ, ਤੇ ਮਨੁੱਖ ਨੂੰ ਦੱਸਿਆ ਕਿ ਤੇਰੇ ਕਰਮ ਹੀ ਤੈਨੂੰ ਪ੍ਰਮਾਤਮਾ ਨੇੜੇ ਲੈ ਜਾਣਗੇ। ਦੋ ਦਾਤਾਂ ਮਨੁੱਖ ਨੂੰ ਪ੍ਰਮਾਤਮਾ ਨੇ ਬਹੁਤ ਕੀਮਤੀ ਦਿੱਤੀਆਂ ਨੇ। ਇੱਕ ਜਿਹਨੂੰ ਆਪਾਂ ਟਾਈਮ ਕਹਿੰਦੇ ਹਾਂ, ਵਕਤ, ਸਮਾਂ, ਹਰ ਮਨੁੱਖ ਨੂੰ ਦਿੱਤਾ ਹੈ, ਕਿਸੇ ਨੂੰ ਘੱਟ ਨਹੀਂ ਦਿੱਤਾ। ਸਮਾਂ ਕਦੀ ਵੀ ਘੱਟ ਨਹੀਂ ਹੁੰਦਾ, ਸਮੇਂ ਨੂੰ ਘੱਟ ਵੱਧ ਮਨੁੱਖ ਬਣਾਉਂਦਾ। ਕਈ ਆਪਣੀ 100 ਸਾਲ ਦੀ ਜ਼ਿੰਦਗੀ ਨੂੰ ਵੀ ਐਵੇਂ ਬਤੀਤ ਕਰ ਜਾਣ ਕੇ ਅਕਾਰਥ ਕਰਕੇ ਚਲੇ ਜਾਂਦੇ ਨੇ, ਤੇ ਕਈ ਮਨੁੱਖ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਕੰਮ ਕਰ ਜਾਂਦੇ ਜਿਹੜੇ ਯੁੱਗਾਂ 'ਚ ਨਹੀਂ ਲੋਕ ਕਰ ਸਕਦੇ। ਸਮੇਂ ਨੂੰ ਤੁਸੀਂ ਵਧੀਆ ਬਣਾਉਣਾ ਹੈ, ਸਮੇਂ ਨੂੰ ਜ਼ਿਆਦਾ ਬਣਾਉਣਾ, ਇਹ ਤੁਹਾਡੇ ਹੱਥ ਵਿੱਚ ਹੈ। ਸਮੇਂ ਨੂੰ ਬਰਬਾਦ ਕਰਨਾ, ਇਹ ਵੀ ਤੁਹਾਡੇ ਹੱਥ ਵਿੱਚ ਹੈ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਦਾ ਦਿਨ 16-16 ਘੰਟੇ ਦਾ ਹੁੰਦਾ ਹੈ, ਤੇ ਮੇਰੇ ਵਰਗਿਆਂ ਦਾ ਦਿਨ ਜਿਹੜਾ 6 ਘੰਟੇ ਦਾ ਕੀ ਦਾ ਰਹਿ ਜਾਂਦਾ। 12 ਵਜੇ ਉੱਠਣਾ ਹੈ, ਫਿਰ ਰੋਟੀ ਪਾਣੀ ਖਾ ਕੇ ਕੰਮ ਘਰ 'ਤੇ ਜਾਣਾ, ਤੇ ਦਿਨ ਤੇ ਖਤਮ ਹੋ ਗਿਆ ਨਾ। ਇਸ ਕਰਕੇ ਗੁਰਬਾਣੀ ਵਿੱਚ ਵਕਤ ਦੀ, ਸਮੇਂ ਦੀ ਬਹੁਤ ਚਰਚਾ ਕੀਤੀ ਹੈ। ਮੈਂ ਰਮਜ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋਗੇ, ਬਹੁਤੀ ਬਾਣੀ ਸਮੇਂ ਦੇ ਪ੍ਰਥਾਏ ਮਿਲੇਗੀ। ਇੱਥੇ ਦਿਨਾਂ ਦੀ ਗੱਲ ਹੈ, ਦਿਨ ਰਹਿਣ ਦੀ ਗੱਲ ਹੈ, ਇੱਥੇ ਵਾਰਾਂ ਦੀ ਗੱਲ ਹੈ, ਮਹੀਨਿਆਂ ਦੀ ਗੱਲ ਹੈ, ਯੁੱਗਾਂ ਦੀ ਗੱਲ ਹੈ, ਵਿਸੇ, ਚਸੀਆਂ, ਘੜੀਆਂ, ਪਹਿਰਾਂ ਦੀ ਗੱਲ ਹੈ, ਰੁੱਤਾਂ ਦੀ ਗੱਲ ਹੈ। ਕਿਉਂ ਹੈ ਕਿ ਸਮਾਂ ਬੜਾ ਕੀਮਤੀ ਹੈ। ਸਮਾਂ ਇੱਕ ਰਤਨ ਹੈ, ਸਮਾਂ ਧਨ ਹੈ, ਸਮਾਂ ਪੂੰਜੀ ਹੈ। ਜਿੱਥੇ ਸਤਿਗੁਰੂ ਵਾਹਿਗੁਰੂ ਜੀ ਨੇ ਸਾਨੂੰ ਸਮੇਂ ਦੀ ਦਾਤ ਦਿੱਤੀ ਹੈ ਕਿ ਸਮੇਂ ਨੂੰ ਸੰਭਾਲ ਲਓ, ਸਮੇਂ ਦੀ ਕਦਰ ਕਰੋ। ਸਿਆਣੇ ਕਹਿੰਦੇ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ, ਸਮਾਂ ਉਹਨਾਂ ਦੀ ਕਦਰ ਨਹੀਂ ਕਰਦਾ। ਜਦੋਂ ਅਸੀਂ ਸਮੇਂ ਦੀ ਕਦਰ ਕਰਨੀ ਜਾਣ ਜਾਵਾਂਗੇ ਨਾ, ਸਾਡਾ ਇਹ ਟਾਈਮ ਬੜਾ ਸੁਹਾਵਣਾ ਹੋ ਜਾਏਗਾ। ਸਮੇਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ। ਸਾਡੇ ਲੋਕ ਪੜ੍ਹ ਲਿਖ ਜਾਂਦੇ ਨੇ, ਦੇਸਾਂ ਪ੍ਰਦੇਸਾਂ 'ਚ ਵੀ ਚਲੇ ਜਾਂਦੇ ਨੇ, ਦੇਸਾਂ ਪ੍ਰਦੇਸਾਂ ਜਾ ਕੇ ਉੱਥੋਂ ਦਾ ਕਲਚਰ ਅਪਣਾ ਲੈਂਦੇ ਨੇ, ਉੱਥੋਂ ਦੀਆਂ ਆਦਤਾਂ ਅਪਣਾ ਲੈਂਦੇ ਨੇ, ਉੱਥੋਂ ਦਾ ਖਾਣਾ ਪੀਣਾ ਅਪਣਾ ਲੈਂਦੇ ਨੇ। ਪਰ ਇੱਕ ਗੱਲ ਦੇਖੀ ਹੈ, ਉਹ ਆਪਣੇ ਉਸ ਕੰਮ 'ਤੇ ਟਾਈਮ ਨਾਲ ਜਾਣਗੇ, ਕਹਿਣਗੇ ਜੀ ਟਾਈਮ ਸਿਰ ਜਾਣਾ, ਨਹੀਂ ਤੇ ਜੋਬ ਚਲੀ ਜਾਏਗੀ। ਪਰ ਜਦੋਂ ਕਿਤੇ ਆਪਣੇ ਕਲਚਰ ਦਾ ਕੰਮ ਹੁੰਦਾ, ਮੰਨ ਲਓ ਕਿਤੇ ਗੁਰਦੁਆਰੇ ਵਿਆਹ ਆ ਗਿਆ, ਗੁਰਦੁਆਰੇ ਫਿਰ ਸਮੇਂ ਦੀ ਕਦਰ ਕੋਈ ਨਹੀਂ ਹੈ। ਘਰ ਦੇ ਵਿੱਚ ਘੜੀਆਂ ਲੱਗੀਆਂ ਹੋਈਆਂ ਨੇ, ਸਾਡੇ ਗੁੱਟ 'ਤੇ ਬੜੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਨੇ, ਸਾਡੇ ਫੋਨ ਦੇ ਵਿੱਚ ਘੜੀਆਂ ਨੇ, ਬੰਦਾ ਫਿਰ ਵੀ ਸਮੇਂ ਦੀ ਕਦਰ ਨਹੀਂ ਕਰਦਾ। ਇੰਨੀਆਂ ਘੜੀਆਂ ਨੇ ਸਾਨੂੰ ਸਮੇਂ ਦਰਸਾਉਣ ਲਈ। ਇਹ ਘੜੀਆਂ ਸਿਰਫ ਦਿਖਾਵੇ ਲਈ ਰੱਖੀਆਂ ਨੇ ਅਸੀਂ। ਇਹ ਫੋਨ ਜਾਂ ਗੁੱਟ 'ਤੇ ਬੰਦੀ ਮਹਿੰਗੀ ਘੜੀ ਰਾਡੋ ਵਰਗੀ ਦਿਖਾਵੇ ਲਈ, ਸਮਾਂ ਦੇਖਣ ਲਈ ਨਹੀਂ ਹੈ। ਜੇ ਸਮਾਂ ਦੇਖਣ ਲਈ ਹੋਏ ਤੇ ਅਸੀਂ ਸਮੇਂ ਦੇ ਕਦਰਦਾਨ ਬਣ ਜਾਈਏ। ਜਦੋਂ ਅਸੀਂ ਸਮੇਂ ਦੀ ਕਦਰ ਕਰਨੀ ਸਿੱਖ ਜਾਵਾਂਗੇ, ਜਿਹੜੀਆਂ ਕੌਮਾਂ, ਜਿਹੜੇ ਮਨੁੱਖ, ਜਿਹੜੇ ਸਮਾਜ ਸਮੇਂ ਦੀ ਕੀਮਤ ਨਹੀਂ ਜਾਣਦੇ, ਉਹ ਜ਼ਿੰਦਗੀ ਅੰਦਰ ਆਪਣੀ ਕੀਮਤ ਹੀ ਗਵਾ ਬੈਠਦੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਬਣਦੀ। ਇਸ ਕਰਕੇ ਸਾਨੂੰ ਪਰਮਾਤਮਾ ਨੇ ਟਾਈਮ ਦਿੱਤਾ ਹੈ, ਸਮਾਂ ਦਿੱਤਾ ਹੈ, ਵਕਤ ਦਿੱਤਾ ਹੈ, ਤੇ ਸਤਿਗੁਰੂ ਜੀ ਕਹਿੰਦੇ ਸਮੇਂ ਨੂੰ ਸੰਭਾਲ ਲਓ। ਸਹੀ ਪੂਰੇ ਸ਼ਾਹ ਜੇ ਵਕਤ ਹੈ ਉੱਪਰ ਲੜ ਮੂਵੇ। ਵਕਤ 'ਤੇ ਮੈਂ ਨਾ ਟਾਈਮ ਸਿਰ ਜਿਹੜੇ ਕੰਮ ਕਰਦੇ ਉਹ ਸ਼ਾਹੂਕਾਰ ਹੁੰਦੇ ਨੇ। ਜਿਹੜੇ ਸਮੇਂ ਨੂੰ ਗਵਾ ਲੈਂਦੇ ਨੇ ਉਹ ਜ਼ਿੰਦਗੀ ਅੰਦਰ ਕੰਗਾਲ ਹੋ ਜਾਂਦੇ ਨੇ।
ਇਸ ਕਰਕੇ ਜਿੱਥੇ ਸਮੇਂ ਦੀ ਦਾਤ ਦਿੱਤੀ ਹੈ, ਉੱਥੇ ਇੱਕ ਦਾਤ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਦਿੱਤੀ, ਉਹ ਹੈ ਕਰਮ ਦੀ, ਕੰਮ ਕਰਨ ਦੀ ਦਾਤ। ਕੰਮ ਤਾਂ ਆਪਾਂ ਸਾਰੇ ਕਰਦੇ ਹਾਂ, ਚੋਰ ਵੀ ਕੰਮ ਕਰਦਾ ਹੈ, ਸੰਤ ਵੀ ਕੰਮ ਕਰਦਾ ਹੈ, ਕੰਮ ਅਸੀਂ ਸਾਰੇ ਕਰਦੇ ਹਾਂ। ਪਰ ਕੁਝ ਕੰਮ ਨੇ ਜਿਹੜੇ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਨੇ, ਕੁਝ ਕੰਮ ਨੇ ਜਿਹੜੇ ਸਾਨੂੰ ਰੱਬ ਤੋਂ ਦੂਰ ਲੈ ਜਾਂਦੇ ਨੇ, ਕੁਝ ਕੰਮ ਨੇ ਜਿਹੜੇ ਸਾਨੂੰ ਜ਼ਿੰਦਗੀ ਅੰਦਰ ਸੁੱਖ ਤੇ ਸੁਭਾ ਪ੍ਰਦਾਨ ਕਰਦੇ ਨੇ, ਕੁਝ ਕੰਮ ਨੇ ਜਿਹੜੀ ਜ਼ਿੰਦਗੀ ਅੰਦਰ ਅਪਜਸ ਕਰਾਉਂਦੇ ਨੇ, ਦੁੱਖ ਪੈਦਾ ਕਰਦੇ ਨੇ, ਸਾਨੂੰ ਬੁਰੇ ਪਾਸੇ ਲੈ ਜਾਂਦੇ ਨੇ। ਗੁਰਬਾਣੀ ਦਾ ਨਿਰਣਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਰੱਬ ਨੇ ਕੇਵਲ ਤੁਹਾਡੀ ਅਰਦਾਸ ਰਾਹੀਂ ਨਹੀਂ ਮਿਲਣਾ, ਰੱਬ ਨੇ ਕੇਵਲ ਤੁਹਾਡੇ ਦਾਨ ਰਾਹੀਂ ਨਹੀਂ ਮਿਲਣਾ, ਰੱਬ ਨੇ ਕੇਵਲ ਤੁਹਾਡੇ ਜਪ ਤਪ ਰਾਹੀਂ ਨਹੀਂ ਮਿਲਣਾ। ਰੱਬ ਨੇ ਮਿਲਣਾ ਕਿ ਤੁਹਾਡਾ ਕਰਮ ਕਿਹੋ ਜਿਹਾ, ਤੁਹਾਡਾ ਬਿਹੇਵ ਕਿਹੋ ਜਿਹਾ ਲੋਕਾਂ ਦੇ ਨਾਲ, ਤੁਸੀਂ ਦੁਨੀਆ 'ਚ ਵਿਚਰ ਰਹੇ ਹੋ, ਤੁਹਾਡਾ ਐਕਸ਼ਨ ਕੀ ਹੈ, ਉਹ ਐਕਸ਼ਨ ਨੇ ਤੁਹਾਨੂੰ ਮਿਲਾਉਣਾ ਰੱਬ ਦੇ ਨਾਲ। ਜਦੋਂ ਤੁਹਾਡੇ ਉਹ ਕਰਮ, ਤੁਹਾਡੇ ਐਕਸ਼ਨ ਰੱਬੀ ਗੁਣਾਂ ਵਾਲੇ ਹੋ ਗਏ, ਤੁਹਾਨੂੰ ਦੁਨੀਆ ਦੀ ਕੋਈ ਤਾਕਤ ਰੱਬ ਤੋਂ ਦੂਰ ਨਹੀਂ ਕਰ ਸਕਦੀ, ਕੋਈ ਤਾਕਤ ਰੱਬ ਤੋਂ ਦੂਰ ਨਹੀਂ ਕਰ ਸਕਦੀ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ ਹੈ, ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਰੱਬ ਨੂੰ ਮਿਲਣ ਦੀ ਖਿੱਚ ਹੈ, ਪਰ ਗੁਰੂ ਨੇ ਗਿਆਨ ਦਿੱਤਾ, ਬੰਦਿਆ ਤੇਰੇ ਕਰਮਾਂ ਨੇ ਰੱਬ ਨਾਲ ਤੈਨੂੰ ਮਿਲਾਉਣਾ। ਕਰਮ ਦਾ ਅਰਥ ਜੋ ਅਸੀਂ ਐਕਸ਼ਨ ਕਰਦੇ ਹਾਂ। ਦੇਖੋ, ਮਨੁੱਖ ਨੇ ਆਪਣੀ ਕਿਸਮਤ ਆਪ ਬਣਾਉਣੀ ਹੈ। ਰੱਬ ਨੇ ਅਮੋਲਕ ਜ਼ਿੰਦਗੀ ਦਿੱਤੀ ਹੈ, ਹੱਥ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਪੈਰ ਦਿੱਤੇ ਨੇ, ਦਿਮਾਗ ਦਿੱਤਾ ਹੈ। ਇਸ ਧਰਤੀ ਦੇ ਉੱਪਰ ਸਭ ਤੋਂ ਅਮੋਲਕ ਜ਼ਿੰਦਗੀ ਮਨੁੱਖ ਨੂੰ ਦਿੱਤੀ ਹੋਈ ਹੈ। ਪਰਮਾਤਮਾ ਨੇ ਮਨੁੱਖ ਬਣਾਇਆ, ਮਨੁੱਖ ਨੇ ਧਰਤੀ ਤੇ ਸਿਰਜਣਾ ਕਰਨੀ ਹੈ। ਮਤਾਂ ਸੋਚੋ ਕਿ ਉੱਪਰੋਂ ਕੋਈ ਅਵਤਾਰ ਆਏਗਾ ਤੇ ਉਹ ਕੰਮ ਕਰੇਗਾ, ਉੱਪਰੋਂ ਕੋਈ ਅਲਾਹੀ ਕਰਾਮਾਤ ਹੋਏਗੀ ਉਹ ਕੰਮ ਕਰੇਗੀ। ਉਹ ਕਰਾਮਾਤ ਤੁਹਾਡੇ ਅੰਦਰੋਂ ਵਾਪਰਨੀ ਹੈ। ਉਹ ਕਰਾਮਾਤ ਕਦੋਂ ਵਾਪਰੇਗੀ? ਦੇਖੋ, ਜਦੋਂ ਅਸੀਂ ਆਪਣੇ ਕੰਮਾਂ ਨੂੰ, ਜਦੋਂ ਅਸੀਂ ਆਪਣੇ ਸਮੇਂ ਨੂੰ ਤਰਤੀਬ ਦੇਣੀ ਸ਼ੁਰੂ ਕਰ ਦੇਵਾਂਗੇ, ਸਾਡੀ ਜ਼ਿੰਦਗੀ ਵਧੀਆ ਬਣਨੀ ਸ਼ੁਰੂ ਹੋ ਜਾਏਗੀ। ਦੂਰ ਨਾ ਜਾਈਏ, ਆਮ ਜ਼ਿੰਦਗੀ 'ਚੋਂ ਉਦਾਹਰਨ ਲੈ ਲਈਏ। ਜਿਹੜੇ ਲੋਕ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਤੜਕਸਾਰ ਉੱਠਦੇ ਨੇ, ਕੋਈ ਸੈਰ ਕਰਦੇ ਨੇ, ਕੋਈ ਐਕਸਰਸਾਈਜ਼ ਕਰਦੇ ਨੇ, ਕੋਈ ਆਪਣੇ ਸਰੀਰ ਦੀ ਸੰਭਾਲ ਕਰਦੇ ਨੇ, ਵੇਲੇ ਸਿਰ ਉਹ ਖਾਂਦੇ ਪੀਂਦੇ ਨੇ, ਵੇਲੇ ਸਿਰ ਕੰਮ 'ਤੇ ਜਾਂਦੇ ਨੇ, ਵੇਲੇ ਸਿਰ ਆਉਂਦੇ ਨੇ, ਵੇਲੇ ਸਿਰ ਸੌਂਦੇ ਨੇ, ਉਹ ਜ਼ਿੰਦਗੀ 'ਚ ਬੜੇ ਖੁਸ਼ਹਾਲ ਹੁੰਦੇ ਨੇ। ਧਰਮ ਦੀ ਗੱਲ ਤੁਸੀਂ ਛੱਡ ਦਿਓ, ਆਮ ਜਿਹੜੇ ਸਫਲ ਲੋਕ ਨੇ ਜਾਂ ਖੁਸ਼ਹਾਲ ਲੋਕ ਨੇ, ਤੁਸੀਂ ਉਹਨਾਂ ਕੋਲ ਜਾ ਕੇ ਦੇਖੋਗੇ, ਉਹਨਾਂ ਦੀ ਜ਼ਿੰਦਗੀ ਨੂੰ ਪੜ੍ਹੋਗੇ, ਉਹਨਾਂ ਦੀ ਜ਼ਿੰਦਗੀ ਦਾ ਸਫਲਤਾ ਦਾ ਕਾਰਨ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮੈਨੇਜ ਕੀਤਾ ਹੋਇਆ, ਉਹਨਾਂ ਨੇ ਆਪਣੇ ਕਰਮਾਂ ਨੂੰ ਸਵਾਰਿਆ ਕਿ ਕੰਮ ਕਰਨੇ ਕੀ ਨੇ, ਅਸੀਂ ਜ਼ਿੰਦਗੀ 'ਚ ਕਿਸ ਤਰੀਕੇ ਦੇ ਨਾਲ ਚੱਲਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਾਡੇ ਕਰਮ ਨੇ ਜਿਹੜੇ ਸਾਨੂੰ ਰੱਬ ਦੇ ਨੇੜੇ ਲੈ ਜਾਣਗੇ। ਗੁਰਬਾਣੀ ਜਦੋਂ ਆਰੰਭ ਹੋਈ ਸੀ ਇਹ 12 ਮਾਹ ਦੀ, ਉੱਥੇ ਪਹਿਲਾ ਹੀ ਸਵਾਲ ਸਤਿਗੁਰੂ ਜੀ ਨੇ ਕਿਹਾ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਨੂੰ ਰੱਬ ਨੇ ਨਹੀਂ ਵਿਛੋੜਿਆ, ਰੱਬ ਤਾਂ ਸਾਡੇ ਅੰਦਰ ਬੈਠਾ ਹੋਇਆ, ਰੱਬ ਤਾਂ ਸਾਡੇ ਬਾਹਰ ਬੈਠਾ ਹੋਇਆ। ਰੱਬ ਕੋ ਆਕਾਸ਼ ਤੇ ਨਹੀਂ ਕਿ ਅਰਦਾਸਾਂ ਕਰੀਏ, ਰੱਬ ਜੀ ਸਾਨੂੰ ਨਾ ਆਪਣੇ ਵਿੱਚ ਮਿਲਾ ਲਾ। ਤੇ ਜਿਨ੍ਹਾਂ ਨੇ ਕਿਹਾ ਨਾ ਰੱਬ ਆਕਾਸ਼ ਤੇ ਬੈਠਾ, ਉਹ ਕਹਿੰਦੇ ਮਰਨ ਤੋਂ ਬਾਅਦ ਹੀ ਮਿਲੋਗੇ, ਹੁਣ ਤੇ ਮਿਲ ਹੀ ਨਹੀਂ ਸਕਦੇ, ਮਰੋ ਤੇ ਫਿਰ ਮਿਲੋਗੇ ਤੁਸੀਂ, ਫਿਰ ਤੁਸੀਂ ਜੀ ਸੱਚਖੰਡ ਚਲੇ ਜਾਓਗੇ, ਤੁਸੀਂ ਰੱਬ 'ਚ ਲੀਨ ਹੋ ਜਾਓਗੇ। ਹੈਰਾਨੀ ਦੀ ਗੱਲ, ਜਿਹੜਾ ਰੱਬ ਮਰਨ ਤੋਂ ਬਾਅਦ ਹੀ ਮਿਲਿਆ, ਉਹ ਰੱਬ ਕੀ ਹੋਇਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਮਰਨ ਤੋਂ ਬਾਅਦ ਮਿਲਿਆ ਉਹ ਰੱਬ ਹੋ ਹੀ ਨਹੀਂ ਸਕਦਾ। ਰੱਬ ਤੇ ਜਿਉਂਦੇ ਜੀ ਚਾਹੀਦਾ ਸਾਨੂੰ। ਜੇ ਜਿਉਂਦਿਆਂ ਰੱਬ ਨਾਲ ਮਿਲਿਆ ਤੇ ਮਰਨ ਤੋਂ ਬਾਅਦ ਅਸੀਂ ਕਰਨਾ ਵੀ ਕੀ ਹੈ? ਹੁਣ ਦੁਖੀ ਤਾਂ ਹੋਣਾ ਨਾ, ਅਸੀਂ ਪਰੇਸ਼ਾਨ ਤਾਂ ਹੋਣਾ। ਜਦੋਂ ਮਰ ਗਏ ਤੇ ਫਿਰ ਦੁਖੀ ਕੀ ਹੋਣਾ? ਆਪਾਂ ਪਰੇਸ਼ਾਨ ਹੋਣਾ, ਦੁਖੀ ਹੋਣਾ, ਲੋੜਾਂ ਸਾਨੂੰ ਹੋਣਾ, ਖੁਸ਼ੀ ਦੀ ਲੋੜ ਸਾਨੂੰ ਹੋਣਾ। ਤੇ ਕੋਈ ਕਹੇ ਕਿ ਰੱਬ ਤੈਨੂੰ ਮਰਨ ਤੋਂ ਬਾਅਦ ਮਿਲੇਗਾ, ਬੜੀ ਹੈਰਾਨੀ ਦੀ ਗੱਲ। ਉਸ ਰੱਬ ਨੂੰ ਕਰਨਾ ਹੀ ਕੀ ਆਪਾਂ? ਰੱਬ ਹੁਣ ਚਾਹੀਦਾ, ਰੱਬ ਇਸ ਵੇਲੇ ਚਾਹੀਦਾ। ਉਹ ਰੱਬ ਸਾਡੇ ਅੰਦਰ ਬੈਠਾ ਹੋਇਆ ਹੈ। ਤੇ ਗੁਰਬਾਣੀ ਕਹਿੰਦੀ ਰੱਬ ਨੇ ਤਾਂ ਨਹੀਂ ਤੁਹਾਨੂੰ ਵਿਛੋੜਿਆ ਆਪਣੇ ਨਾਲੋਂ, ਤੁਸੀਂ ਤੇ ਕੰਮ ਹੀ ਇਹੋ ਜਿਹੇ ਕਰਨ ਲੱਗ ਪਏ, ਰੱਬ ਤੋਂ ਦੂਰ ਚਲੇ ਗਏ। ਕੰਮ ਉਹੋ ਜਿਹੇ ਕਰੋ ਕਿ ਦੁਨੀਆ ਤੁਹਾਨੂੰ ਕਹੇ ਤੇ ਬੰਦਾ ਰੱਬ ਵਰਗਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੁਝ ਬੰਦੇ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਦੀ ਸ਼ਖਸੀਅਤ ਤੋਂ, ਜਿਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪਾਂ ਕਹਿੰਦੇ ਇਹ ਬੰਦਾ ਰੱਬ ਵਰਗਾ ਹੈ। ਤਾਂ ਇਹ ਤੇ ਰੱਬ ਰੂਪ ਹੀ ਹੈ ਬੰਦਾ। ਕਿੰਨਾ ਭਲਾ ਹੈ, ਕਿੰਨਾ ਦਿਆਲੂ ਹੈ, ਕਿੰਨਾ ਪਰਉਪਕਾਰੀ ਹੈ, ਕਿੰਨਾ ਨਿਰਮਾਣ ਹੈ। ਇਹ ਹੈ ਰੱਬ ਨੂੰ ਮਿਲਣਾ। ਰੱਬ ਨੂੰ ਮਿਲਣ ਦਾ ਅਰਥ ਕੀ ਹੈ? ਕਿ ਪ੍ਰਮਾਤਮਾ ਨੂੰ ਚੇਤੇ ਕਰਦਿਆਂ ਕਰਦਿਆਂ ਉਹਦੇ ਗੁਣ ਸਾਡੇ 'ਚ ਆ ਜਾਣ। ਪ੍ਰਮਾਤਮਾ ਪਰਉਪਕਾਰੀ, ਅਸੀਂ ਪਰਉਪਕਾਰੀ ਬਣ ਜਾਈਏ। ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ, ਅਸੀਂ ਵੀ ਕਿਸੇ ਨਾਲ ਵੈਰ ਨਾ ਕਰੀਏ। ਪਰਮਾਤਮਾ ਕਿਸੇ ਦਾ ਬੁਰਾ ਹੀ ਨਹੀਂ ਕਰਦਾ। ਪਰਮਾਤਮਾ ਕਿਸੇ ਨਾਲ ਈਰਖਾ ਨਹੀਂ ਕਰਦਾ, ਅਸੀਂ ਵੀ ਈਰਖਾ ਨਾ ਕਰੀਏ। ਜਦੋਂ ਈਰਖਾ ਨਹੀਂ ਕਰਾਂਗੇ, ਜਦੋਂ ਵੈਰ ਨਹੀਂ ਕਰਾਂਗੇ, ਜਦੋਂ ਅਸੀਂ ਕਿਸੇ ਦਾ ਬੁਰਾ ਨਹੀਂ ਕਰਾਂਗੇ, ਜਦੋਂ ਅਸੀਂ ਸਾਰਿਆਂ ਦਾ ਭਲਾ ਕਰਾਂਗੇ, ਦੁਨੀਆ ਕਹੇਗੀ ਤੇ ਬੰਦਾ ਰੱਬ ਵਰਗਾ ਹੀ ਹੈ। ਤੇ ਰੱਬ ਹੀ ਹੈ ਜੀ, ਬਸ ਰੱਬ ਬਣ ਗਏ ਆਪਾਂ। ਰੱਬ ਬਣਨ ਦੇ ਲਈ ਸਾਨੂੰ ਕੋਈ ਜੰਗਲਾਂ 'ਚ ਬੈਠਣ ਦੀ ਲੋੜ ਨਹੀਂ ਹੈ। ਰੱਬ ਬਣਿਆ ਹੀ ਤਾਂ ਜਾਣਾ ਜੇ ਤੁਸੀਂ ਕੋਈ ਕਰਮ ਕਰੋਗੇ। ਰੱਬ ਬਣਿਆ ਤਾਂ ਜਾਣਾ
ਜੇ ਤੁਸੀਂ ਕੋਈ ਕਰਮ ਕਰੋਗੇ। ਉਹ ਕਰਮ ਜਿਹੜਾ ਸਮਾਜ 'ਚ ਰਹਿ ਕੇ ਕਰਾਂਗੇ, ਦੁਨੀਆ 'ਚ ਰਹਿ ਕੇ ਕਰਾਂਗੇ, ਗ੍ਰਸਤ ਰਹਿ ਕੇ ਕਰਾਂਗੇ, ਫਿਰ ਪਤਾ ਲੱਗੇਗਾ ਇਹ ਬੰਦਾ ਰੱਬ ਬਣ ਗਿਆ। ਸਾਡੇ ਕੰਮਾਂ ਤੋਂ ਪਤਾ ਲੱਗੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪ੍ਰਮਾਤਮਾ ਦੇ ਜਦੋਂ ਗੁਣ ਸੁਣੇ, ਗੁਰੂ ਕੋਲ ਆ ਕੇ ਉਹਦੀਆਂ ਵਡਿਆਈਆਂ ਸੁਣੀਆਂ, ਫਿਰ ਅੰਦਰ ਰੱਬ ਨੂੰ, ਪ੍ਰਭੂ ਨੂੰ ਮਿਲਣ ਦੀ ਲੋਚਾ ਪੈਦਾ ਹੋਈ ਤੇ ਇਹ ਸੋਝੀ ਮਿਲੀ ਕਿ ਕਰਮ ਮਿਲਾਵਣਹਾਰ ਬੰਦਿਆ, ਤੇਰੇ ਕੰਮਾਂ ਨੇ ਰੱਬ ਦੇ ਨੇੜੇ ਤੈਨੂੰ ਲਿਜਾਉਣਾ। ਬਾਬਾ ਨਾਨਕ ਜੀ ਨੂੰ ਮੱਕੇ ਦੇ ਅੰਦਰ ਹਾਜੀਆਂ ਨੇ ਇੱਕ ਗੱਲ ਕਹੀ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਨਾਨਕ ਜੀ ਤੁਸੀਂ ਇਹ ਦੱਸੋ ਕਿ ਤੁਹਾਡੀ ਕਿਤਾਬ ਅਨੁਸਾਰ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਤੇ ਬਾਬਾ ਜੀ ਨੇ ਕੋਈ ਗੱਲ ਕਹੀ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਤੁਹਾਡੇ ਅਮਲ ਚੰਗੇ ਨਹੀਂ ਤੇ ਤੁਹਾਨੂੰ ਰੋਣਾ ਪਏਗਾ। ਅਮਲ ਹੀ ਮਨੁੱਖ ਨੂੰ ਰੱਬ ਦੇ ਨੇੜੇ ਲੈ ਜਾਂਦੇ ਨੇ, ਕਰਮ ਹੀ ਮਨੁੱਖ ਨੂੰ ਰੱਬ ਤੋਂ ਦੂਰ ਲੈ ਜਾਂਦੇ ਨੇ। ਕਿਰਤ ਕਰਮ ਕੇ ਵਿਛੜੇ ਦਾ ਅਰਥ ਇਹ ਹੈ ਕਿ ਜੋ ਕੰਮ ਅਸੀਂ ਕਰਦੇ ਆ ਨਾ, ਜਿਹੜਾ ਕੰਮ ਰੋਜ਼ ਕਰਦੇ ਰਹੀਏ। ਉਦਾਹਰਨ ਦੇ ਤੌਰ ਤੇ ਤੁਸੀਂ ਰੋਜ਼ ਸੈਰ ਕਰਨ ਦੀ ਆਦਤ ਪਾ ਲਓ, ਸਵੇਰੇ ਉੱਠਣ ਦੀ ਆਦਤ ਪਾ ਲਓ। ਸਵੇਰੇ ਰੋਜ਼ ਸੈਰ ਕਰੋਗੇ ਤੇ ਉਹ ਤੁਹਾਡਾ ਸੁਭਾਅ ਬਣ ਜਾਏਗਾ। ਫਿਰ ਸੁਭਾਅ, ਜਿਸ ਨੂੰ ਇਹ ਆਦਤ ਪੈ ਜਾਂਦੀ, ਉਹ ਜਿੱਥੇ ਵੀ ਚਲਿਆ ਜਾਏ ਨਾ, ਉਹ ਲੱਭ ਹੀ ਲੈਂਦਾ ਕਿ ਮੈਂ ਸਵੇਰੇ ਉੱਠ ਕੇ ਸੈਰ ਕਿੱਥੇ ਕਰਨੀ ਹੈ, ਮੈਂ ਸਵੇਰੇ ਉੱਠ ਕੇ ਕਿਸ ਥਾਂ ਤੇ ਜਾਣਾ। ਉਹਦਾ ਸੁਭਾਅ ਬਣ ਗਿਆ। ਹੁਣ ਜਿਹਨੇ ਚੁਗਲੀਆਂ ਕਰਨੀਆਂ ਉਹਦਾ ਸੁਭਾਅ ਬਣ ਗਿਆ, ਜਿਹਨੇ ਚੋਰੀ ਕਰਨੀ ਹੈ, ਜਿਹਨੇ ਝੂਠ ਬੋਲਣਾ ਹੈ, ਜਿਹਨੇ ਔਗਣ ਕਰਨੇ, ਉਹਦਾ ਵੀ ਸੁਭਾਅ ਬਣ ਜਾਂਦਾ ਹੈ। ਕਿਰਤ ਦਾ ਅਰਥ ਹੁੰਦਾ ਹੈ ਸੰਸਕਾਰ, ਸੁਭਾਅ। ਕਿਰਤ ਕਰਦੇ ਹਾਂ, ਜਿਹੜੀ ਕਿਰਤ ਨੂੰ ਵਾਰ-ਵਾਰ ਕਰਦੇ ਰਹੀਏ, ਜਿਹੜੇ ਕੰਮ ਨੂੰ ਵਾਰ-ਵਾਰ ਕਰਦੇ ਰਹੋ, ਸਾਡੀ ਕਿਰਤ ਬਣ ਜਾਂਦੀ ਹੈ, ਉਹ ਸਾਡਾ ਸੁਭਾਅ ਬਣ ਜਾਂਦਾ ਹੈ। ਤੇ ਉਸ ਸੁਭਾਅ ਕਰਕੇ ਅਸੀਂ ਰੱਬ ਨਾਲੋਂ ਦੂਰ ਹਾਂ, ਪਰਮਾਤਮਾ ਤੇ ਸਾਡੇ ਤੋਂ ਦੂਰ ਨਹੀਂ ਹੈ। ਤੇ ਅਸੀਂ ਜੇ ਹੁਣ ਉਸ ਪਰਮਾਤਮਾ ਨੂੰ ਮਿਲਣੇ ਤੇ ਸਤਿਗੁਰੂ ਜੀ ਕਹਿੰਦੇ ਕਰਮ ਹੀ ਇਹੋ ਜਿਹੇ ਕਰਨੇ ਸ਼ੁਰੂ ਕਰ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਸੀ, ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ, ਜੇ ਤਾਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀ ਹੈ। ਬੰਦਿਆ, ਜ਼ਿੰਦਗੀ 'ਚ ਕਦੀ ਮਾੜਾ ਕੰਮ ਨਾ ਕਰ। ਕੋਈ ਕੰਮ ਕਰਨ ਤੋਂ ਪਹਿਲਾਂ ਬੜਾ ਦੂਰ ਦ੍ਰਿਸ਼ਟੀ ਨਾਲ ਸੋਚ ਲਿਆ ਕਰ ਕਿ ਇਹ ਕੰਮ ਦਾ ਨਤੀਜਾ ਕੀ ਨਿਕਲਣਾ। ਉਹ ਕੰਮ ਨਾ ਕਰ ਜਿਨ੍ਹਾਂ ਕੰਮਾਂ ਦੇ ਕਰਨ ਦੇ ਨਾਲ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਕਿਤੇ ਰੱਬ ਦੀਆਂ ਨਜ਼ਰਾਂ ਤੋਂ ਸ਼ਰਮਿੰਦਾ ਨਾ ਹੋ ਜਾਵੇਂ, ਉਹ ਦਰਗਾਹੀ ਨਜ਼ਰਾਂ ਤੋਂ ਡਿੱਗ ਨਾ ਜਾਵੇਂ। ਇਹੋ ਜਿਹੇ ਕਰਮ ਕਰ। ਸਤਿਗੁਰੂ ਜੀ ਕਹਿੰਦੇ ਕਰਮ ਨੇ ਜਿਨ੍ਹਾਂ ਨੇ ਤੈਨੂੰ ਪ੍ਰਮਾਤਮਾ ਨਾਲ ਮਿਲਾਉਣਾ ਹੈ। ਹੁਣ ਸਵਾਲ ਇਹ ਹੈ ਕਿ ਸਾਡੇ ਕਰਮ ਕਿਵੇਂ ਵਧੀਆ ਬਣ। ਕਰਮ ਅਸੀਂ ਆਪਣੇ ਆਪ ਨਹੀਂ ਵਧੀਆ ਬਣਾ ਸਕਦੇ। ਸੁਭਾਅ ਨੂੰ ਬਦਲਣਾ ਕੋਈ ਸੌਖੀ ਜੀ ਗੱਲ ਨਹੀਂ ਹੈ। ਜੋ ਆਦਤਾਂ ਪੈ ਗਈਆਂ ਉਹ ਬਦਲਣੀਆਂ ਕੋਈ ਸੌਖੀ ਜੀ ਗੱਲ ਨਹੀਂ ਹੈ। ਆਦਤਾਂ ਕਿਵੇਂ ਬਦਲੀਆਂ ਜਾਣ, ਕਰਮ ਕਿਵੇਂ ਬਦਲੇ ਜਾਣ, ਇਹ ਇੱਕ ਬੜਾ ਵੱਡਾ ਸਵਾਲ ਹੈ। ਤੇ ਸਤਿਗੁਰੂ ਜੀ ਕਹਿੰਦੇ ਆਦਤਾਂ ਬਦਲਣ ਦਾ ਇੱਕ ਤਰੀਕਾ ਹੈ। ਉਹ ਤਰੀਕਾ ਕੀ ਕਿ ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਜੀਵਾਂ ਨੇ, ਜੀਵ ਰੂਪੀ ਇਸਤਰੀਆਂ ਨੇ ਜ਼ਿੰਦਗੀ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਜਾਂ ਜਿਹੜੇ ਰੱਬ ਦੇ ਪਿਆਰ 'ਚ ਜੁੜ ਗਏ ਨੇ, ਉਹਨਾਂ ਦੀ ਸੰਗਤ ਕਰੀਏ, ਉਹਨਾਂ ਦੇ ਕੋਲ ਬੈਠੀਏ। ਇਵੇਂ ਕਹਿ ਸਕਦੇ ਹਾਂ ਕਿ ਸਤ ਸੰਗਤ ਜਿਹੜੀ ਹੈ ਉਹ ਮਨੁੱਖ ਦੇ ਸੁਭਾਅ ਨੂੰ ਬਦਲ ਸਕਦੀ ਹੈ। ਸੁਸਾਇਟੀ, ਅਸੀਂ ਜਿਹੋ ਜੀ ਸੁਸਾਇਟੀ 'ਚ ਬੈਠਾਂਗੇ ਉਹੋ ਜਿਹਾ ਅਸਰ ਸਾਡੇ ਤੇ ਪਏਗਾ। ਰੋਜ਼ ਤੁਸੀਂ ਵਪਾਰੀਆਂ ਕੋਲ ਬੈਠੋ, ਸਹਿਜੇ ਸਹਿਜੇ ਵਪਾਰੀਆਂ ਵਾਲੇ ਗੁਣ ਆ ਹੀ ਜਾਣਗੇ। ਰੋਜ਼ ਜੁਆਰੀਆਂ ਕੋਲ ਬੈਠੋ, ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਬਾਸਨ ਕਾਰੋ ਪਰਸੀਏ ਤਾਂ ਉਹ ਕੱਛ ਲੱਗੈ ਦਾਗ। ਕਾਲੇ ਭਾਂਡੇ ਦੇ ਕੋਲੋਂ ਦੀ ਲੰਘੋ, ਜਿੰਨਾ ਮਰਜ਼ੀ ਬਚੋ, ਦਾਗ ਤਾਂ ਲੱਗ ਹੀ ਜਾਣਾ। ਜਿਸ ਵੀ ਸੰਗਤ ਵਿੱਚ ਤੁਸੀਂ ਜਾਓਗੇ, ਜਿਹੋ ਜੀ ਸੁਸਾਇਟੀ ਵਿੱਚ ਤੁਸੀਂ ਜਾਓਗੇ, ਰੋਜ਼ ਜਾਓਗੇ, ਵਾਰ-ਵਾਰ ਜਾਓਗੇ, ਉਹਦਾ ਅਸਰ ਤੇ ਤੁਹਾਡੇ ਤੇ ਪੈ ਹੀ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਆਪਣੇ ਕਰਮ ਬਦਲਨੇ ਨੇ, ਕਰਮ ਵਧੀਆ ਕਰਨੇ ਨੇ, ਫਿਰ ਇੱਕ ਤਰੀਕਾ ਹੈ ਕਿ ਜਿਹੜੇ ਰੱਬ ਦੇ ਪਿਆਰ ਜੁੜੇ ਨੇ ਉਹਨਾਂ ਦੀ ਸੰਗਤ ਕਰੀਏ। ਹਉ ਤਿਨ ਕੈ ਸਦ ਬਲਿਹਾਰ। ਬਲਿਹਾਰ ਜਾਣ ਦਾ ਅਰਥ ਹੈ ਕਿ ਉਹਨਾਂ ਦੇ ਬਚਨ ਸੁਣਨੇ, ਉਹਨਾਂ ਦੇ ਬਚਨਾਂ ਨੂੰ ਹਿਰਦੇ 'ਚ ਵਸਾਉਣਾ, ਉਹਨਾਂ ਦੀ ਸੰਗਤ ਵਿੱਚ ਆਉਣਾ, ਨਿਮਰਤਾ ਨਾਲ ਉਹਨਾਂ ਕੋਲ ਬੈਠਣਾ। ਇਹ ਹੈ ਬਲਿਹਾਰ ਜਾਣ ਦਾ ਤਰੀਕਾ। ਉਹਨਾਂ ਦੀ ਸਿਫਤ ਸਲਾਹ ਕਰਨੀ, ਉਹਨਾਂ ਦੇ ਗੁਣ ਗਾਉਣੇ, ਉਹਨਾਂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰਨਾ। ਸਾਹਿਬ ਜੀ ਕਹਿੰਦੇ ਕਿ ਜ਼ਿੰਦਗੀ ਅੰਦਰ ਕਰਮ ਉਦੋਂ ਤੋਂ ਹੋਣਗੇ ਜਦੋਂ ਅਸੀਂ ਰੱਬੀ ਪਿਆਰਿਆਂ ਦੀ ਸੰਗਤ 'ਚ ਬੈਠਾਂਗੇ, ਉਹਨਾਂ ਤੋਂ ਕੁਰਬਾਨ ਜਾਵਾਂਗੇ, ਉਹਨਾਂ ਦੇ ਨਾਲ ਪਿਆਰ ਪਾਵਾਂਗੇ। ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ। ਕਰਮ ਸਾਡੇ ਵਧੀਆ ਕਿਵੇਂ ਬਣ। ਦੇਖੋ ਗੁਰਬਾਣੀ ਦਾ ਕੋਈ ਵੀ ਮੁੱਖ ਵਾਕ ਹੈ ਨਾ, ਉਹਦੀ ਬੜੀ ਸੋਹਣੀ ਕੜੀ ਜੁੜਦੀ ਹੈ ਜੇ ਕਿਤੇ ਸਾਨੂੰ ਉਹਦਾ ਇੱਕ ਸਿਰਾ ਲੱਭਣਾ ਆ ਜਾਏ। ਇਹ ਜੁਗਤ ਹੈ ਗੁਰਬਾਣੀ ਨੂੰ ਵਿਚਾਰਨ ਦੇ ਲਈ। ਗੱਲ ਇਹ ਸੁਣੀ ਤੁਰੀ ਸੀ ਕਿ ਐਸ ਜ਼ਿੰਦਗੀ ਅੰਦਰ ਉਹ ਖੁਸ਼ਹਾਲ ਨੇ
ਜਿਨ੍ਹਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਜਿਵੇਂ ਸਾਉਣ ਦੇ ਮਹੀਨੇ 'ਚ ਖੁਸ਼ਹਾਲੀ ਹਰਿਆਵਲ ਹੈ, ਉਹ ਮਨੁੱਖਾਂ ਦੀ ਜ਼ਿੰਦਗੀ 'ਚ ਹਰਿਆਵਲ ਹੈ, ਖੁਸ਼ਹਾਲੀ ਹੈ, ਜਿਨ੍ਹਾਂ ਦਾ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪੈ ਜਾਂਦਾ ਹੈ, ਜਿਹੜੇ ਵਾਹਿਗੁਰੂ ਜੀ ਦੇ ਰੰਗ 'ਚ ਹੀ ਰੰਗੇ ਹੋਏ ਨੇ, ਜਿਨ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ, ਔਰ ਜਿਨ੍ਹਾਂ ਨੂੰ ਇਹ ਮਾਇਆ ਜਿਹੜੀ ਕੂੜੀ ਨਜ਼ਰ ਆਉਂਦੀ ਹੈ, ਅਤੇ ਜਿਨ੍ਹਾਂ ਦੀ ਨਜ਼ਰਾਂ 'ਚ ਪ੍ਰਮਾਤਮਾ ਦੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਹੈ, ਉਹਨਾਂ ਨੂੰ ਨਾਮ ਅੰਮ੍ਰਿਤ ਬੂੰਦ ਜਿਨ੍ਹਾਂ ਨੂੰ ਵਧੀਆ ਲੱਗਦੀ ਹੈ, ਅਤੇ ਜਿਨ੍ਹਾਂ ਨੇ ਸਤਿਗੁਰੂ ਦੇ ਰਾਹੀਂ ਉਸ ਬੂੰਦ ਨੂੰ ਮਾਣ ਲਿਆ, ਉਹ ਜ਼ਿੰਦਗੀ ਸਦਾ ਖੁਸ਼ਹਾਲ ਰਹਿੰਦੇ ਨੇ। ਜਿਵੇਂ ਸਾਉਣ ਦੇ ਮਹੀਨੇ 'ਚ ਹਰੀ ਭਰੀ ਹੁੰਦੀ ਹੈ ਬਨਸਪਤੀ, ਉਹ ਵੀ ਜ਼ਿੰਦਗੀ 'ਚ ਹਰੇ ਭਰੇ ਰਹਿੰਦੇ ਨੇ। ਅਤੇ ਅਗਲੀ ਇਹ ਗੱਲ ਸੀ ਕਿ ਉਹ ਪ੍ਰਮਾਤਮਾ ਹੈ ਕਿਹੋ ਜਿਹਾ ਜਿਹਦੇ ਪਿਆਰ ਜੋੜਨਾ। ਉਹ ਪ੍ਰਮਾਤਮਾ ਜਿਹੜਾ ਹੈ ਸਾਰੀ ਕਾਇਨਾਤ ਵਿੱਚ ਰਮਿਆ, ਸਮੁੱਚੀ ਕਾਇਨਾਤ ਦੀ ਹਰਕਤ ਹੀ ਉਸ ਪ੍ਰਮਾਤਮਾ ਕਰਕੇ ਹੈ। ਇਹ ਹਰਿਆਵਲ, ਇਹ ਫੁੱਲ ਬੂਟੇ, ਇਹ ਜ਼ਿੰਦਗੀ ਦੀ ਰੌਂ ਉਸ ਪ੍ਰਮਾਤਮਾ ਕਰਕੇ ਹੈ। ਉਹ ਅਪਰਪਾਰ ਹੈ, ਸਮਰੱਥ ਹੈ। ਜੇ ਐਡਾ ਮਹਾਨ ਪ੍ਰਮਾਤਮਾ ਹੈ ਤਾਂ ਉਹਨੂੰ ਮਿਲਿਆ ਕਿਵੇਂ ਜਾਏ, ਉਹਦੇ ਪਿਆਰ ਜੁੜ ਕੇ ਹਰੇ ਭਰੇ ਕਿਵੇਂ ਹੋਇਆ ਜਾਏ। ਸਤਿਗੁਰੂ ਜੀ ਨੇ ਕਿਹਾ ਸੀ ਉਹ ਸਾਡੇ ਕੰਮ ਉਹਦੇ ਨੇੜੇ ਸਾਨੂੰ ਲੈ ਜਾਣਗੇ। ਹੁਣ ਸਾਡੇ ਕੰਮ ਕਿਵੇਂ ਵਧੀਆ ਬਣ? ਹੁਣ ਸਾਡੇ ਕੰਮ ਤੇ ਬਾਹਰੋਂ ਤੇ ਚਿੱਟੇ ਕੱਪੜੇ ਨੇ। ਗੁਰਬਾਣੀ ਨੇ ਗੱਲ ਕੀ, ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤੇਰੀ ਜਨਮ ਜੂਵੇ ਹਾਰੇ। ਸਾਡੇ ਕੰਮ ਤਾਂ ਇਹ ਨੇ, ਗੱਲੀਆਂ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰੋਂ ਚਿਟਵੀਆਂ। ਹੁਣ ਸਾਡੇ ਕੰਮ ਕਿਵੇਂ ਵਧੀਆ ਬਣ? ਸਤਿਗੁਰੂ ਜੀ ਕਹਿੰਦੇ ਕੰਮ ਜੇ ਵਧੀਆ ਬਣਾਉਣੇ ਨੇ ਜ਼ਿੰਦਗੀ ਦੇ ਅੰਦਰ, ਤੇ ਉਹਦੇ ਲਈ ਇੱਕ ਤਰੀਕਾ ਸਤ ਸੰਗਤ ਵਿੱਚ ਆਓ। ਜਿਹੜੇ ਰੱਬ ਦੇ ਪਿਆਰ ਜੁੜੇ ਨੇ, ਜਿੱਥੇ ਰੱਬ ਦੀ ਚਰਚਾ ਹੁੰਦੀ ਹੈ, ਸਤ ਸੰਗਤ ਨਾਲ ਸਾਂਝ ਪਾਓ। ਅਗਲੀ ਗੱਲ ਕਿ ਸਤ ਸੰਗਤ ਵਿੱਚ ਵੀ ਆ ਗਏ। ਮੇਰੇ ਵਰਗੇ ਬਹੁਤ ਨੇ ਸਤ ਸੰਗਤ 'ਚ ਆਉਂਦੇ ਨੇ, ਬੈਠ ਕੇ ਪਿੱਛੇ ਗੱਲਾਂ ਕਰੀ ਜਾਂਦੇ ਨੇ। ਕੀ ਉਹਨਾਂ ਦੀ ਜ਼ਿੰਦਗੀ ਦਾ ਕਰਮ ਵਧੀਆ ਬਣ ਜਾਏਗਾ? ਕਈ ਸਤ ਸੰਗਤ 'ਚ ਆਉਂਦੇ ਨੇ, ਉਹ ਮੇਰੇ ਵਰਗੇ ਉਬਾਸੀਆਂ ਲਈ ਜਾਂਦੇ, ਕੀ ਉਹਨਾਂ ਦੀ ਜ਼ਿੰਦਗੀ ਦਾ ਕਰਮ ਵਧੀਆ ਬਣ ਜਾਏਗਾ? ਸਤ ਸੰਗਤ ਵਿੱਚ ਆਉਣਾ ਤਾਂ ਜ਼ਰੂਰੀ ਹੈ, ਪਰ ਕੇਵਲ ਸਤ ਸੰਗਤ ਵਿੱਚ ਆ ਕੇ ਹੀ ਸਾਡੇ ਕਰਮ ਨਹੀਂ ਬਦਲਣਗੇ। ਅਗਲੀ ਗੱਲ ਕਿ ਸਤ ਸੰਗਤ 'ਚ ਆ ਕੇ ਕਰਨਾ ਕੀ? ਇਹ ਤੇ ਹੈ ਸੱਚ ਕਿ ਸਤ ਸੰਗਤ ਤੋਂ ਬਿਨਾਂ ਕਰਮ ਬਦਲਣੇ ਨਹੀਂ, ਪਰ ਸਤ ਸੰਗਤ ਵਿੱਚ ਆ ਕੇ ਉਹ ਕਿਹੜੀ ਗੱਲ ਹੈ ਜਿਹੜੀ ਸਾਡੀ ਜ਼ਿੰਦਗੀ 'ਚ ਕ੍ਰਾਂਤੀ ਲਿਆਏਗੀ, ਤਬਦੀਲੀ ਲਿਆਏਗੀ? ਸਤਿਗੁਰੂ ਜੀ ਕਹਿੰਦੇ ਉਹ ਗੱਲ ਇੱਕੋ ਹੀ ਹੈ ਕਿ ਅਰਦਾਸ ਕਰੀਏ ਕਿ ਨਾਨਕ ਹਰਿ ਜੀ ਮਿਆ ਕਰ ਸ਼ਬਦ ਸਵਾਰਨ ਹਾਰ। ਵਾਹਿਗੁਰੂ ਜੀ ਹੁਣ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਜੇ ਸੰਗਤ 'ਚ ਆ ਗਏ ਆ ਨਾ, ਤੇ ਸਾਡੀ ਸੁਰਤ ਫਿਰ ਸ਼ਬਦ ਨਾਲ ਜੁੜੇ। ਸ਼ਬਦ ਸਾਡੀ ਜ਼ਿੰਦਗੀ ਦੀ ਘਾੜਤ ਕੱਢਦਾ ਹੈ। ਸ਼ਬਦ ਅਰਥ ਬਾਣੀ, ਸ਼ਬਦ ਅਰਥ ਹੈ ਪ੍ਰਮਾਤਮਾ ਦਾ ਨਾਮ। ਗੁਰਬਾਣੀ ਨੇ ਸਾਡੀ ਜ਼ਿੰਦਗੀ ਦੀ ਘਾੜਤ ਕੱਢਣੀ ਹੈ। ਸਾਡੀ ਜ਼ਿੰਦਗੀ ਦੇ ਕਰਮ ਨੂੰ ਗੁਰਬਾਣੀ ਨੇ ਬਦਲਣਾ। ਸੰਗਤ ਵਿੱਚ ਆ ਕੇ ਗੁਰਬਾਣੀ ਵਿੱਚ ਸੁਰਤ ਜੋੜਨੀ, ਇਹ ਇੱਕ ਤਰੀਕਾ ਹੈ ਆਪਣੀ ਜ਼ਿੰਦਗੀ ਦੇ ਕਰਮ ਵਧੀਆ ਕਰਨ ਦਾ। ਜਿਉਂ-ਜਿਉਂ ਬਾਣੀ ਵਿੱਚ ਸੁਰਤ ਜੋੜਾਂਗੇ, ਗੁਰਬਾਣੀ ਸਾਨੂੰ ਔਗਣਾ ਤੋਂ ਮਨਾ ਕਰੇਗੀ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਜੇ ਬਾਣੀ 'ਚ ਸੁਰਤ ਜੁੜੇਗੀ, ਤੇ ਜੇ ਕੰਨਾਂ ਨਾਲ ਸੁਣਿਆ ਇੱਧਰ ਦੀ ਕੱਢਤਾ, ਉਹ ਤੇ ਗੱਲ ਵੱਖਰੀ ਹੈ। ਕਹੀਏ ਜੇ ਅਸੀਂ ਰੋਜ਼ ਸੰਗਤ ਜਾਂਦੇ ਹਾਂ, ਕਈ ਵਾਰਾਂ ਕਈਆਂ ਨਾਲ ਗੱਲਬਾਤ ਹੁੰਦੀ, ਕਹਿਣਗੇ ਜੀ ਅਸੀਂ ਬੜੇ ਚਿਰ ਦਾ ਅੰਮ੍ਰਿਤ ਛਕਿਆ, ਬਾਣੀ ਰੋਜ਼ ਪੜ੍ਹਦੇ ਹਾਂ। ਦੇਖੋ ਜੀ ਸਾਡੇ ਬੱਚੇ ਵੀ ਅੰਮ੍ਰਿਤ ਹੈ, ਸਾਡਾ ਆਹ ਕੰਮ ਹੀ ਨਹੀਂ ਰਾਸ ਹੁੰਦਾ, ਆਹ ਸਾਨੂੰ ਬਿਪਤਾ ਪੈ ਗਈ, ਪਤਾ ਨਹੀਂ ਰੱਬ ਸਾਡੇ ਨਾਲ ਨਿਆਂ ਕਿਉਂ ਕਰ ਰਿਹਾ ਹੈ, ਅਨਿਆਂ ਕਿਉਂ ਕਰ ਰਿਹਾ ਹੈ। ਦੇਖੋ ਅੰਮ੍ਰਿਤ ਛਕਣਾ ਮੁਬਾਰਕ ਹੈ, ਸੰਗਤ ਵਿੱਚ ਆਉਣਾ ਮੁਬਾਰਕ ਹੈ, ਬਾਣੀ ਪੜ੍ਹਨਾ ਮੁਬਾਰਕ ਹੈ। ਮਸਲਾ ਹੈ ਕਿ ਜਿਹੜੀ ਬਾਣੀ ਪੜ੍ਹਦੇ ਹਾਂ, ਉਸ ਬਾਣੀ ਦਾ ਅਸੀਂ ਗਿਆਨ ਕਿੰਨਾ ਕੁ ਲਿਆ, ਉਸ ਬਾਣੀ ਦੇ ਗੁਣ ਕਿੰਨੇ ਕੁ ਧਾਰਨ ਕੀਤੇ ਨੇ। ਹੁਣ ਰੋਜ਼ ਪੜ੍ਹੀ ਜਾਈਏ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ, ਤੇ ਲੋਕਾਂ ਨਾਲ ਈਰਖਾਈ ਕਰੀ ਜਾਈਏ ਆਪਾਂ, ਫਿਰ ਮੇਰਾ ਅੰਮ੍ਰਿਤ ਛਕਣਾ ਕੀ ਕਰੇਗਾ? ਰੋਜ਼ ਇਹ ਗੱਲ ਕਹੀ ਜਾਈਏ ਹੱਕ ਪਰਾਇਆ ਨਾਨਕਾ ਉਸੂਰ ਸਗਾਏ, ਤੇ ਮੈਂ ਬੇਈਮਾਨੀ ਕਰੀ ਜਾਵਾਂ, ਫਿਰ ਕਹਾਂ ਜੀ ਮੈਂ ਬਾਣੀ ਬੜੀ ਪੜ੍ਹਦਾ, ਮੇਰਾ ਕੰਮ ਨਹੀਂ ਰਾਸ ਹੁੰਦਾ। ਮਸਲਾ ਕਿ ਮੇਰਾ ਕਰਮ ਕਿਹੋ ਜਿਹਾ ਹੈ, ਕਰਮ ਗੁਰਬਾਣੀ ਦੀ ਰੋਸ਼ਨੀ ਵਰਗਾ ਬਣਿਆ ਜਾਂ ਨਹੀਂ ਬਣਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਸ਼ਬਦ ਹੈ, ਸ਼ਬਦ ਨੂੰ ਗੁਰੂ ਕਿਹਾ, ਸੰਗਤ ਵਿੱਚ ਸ਼ਬਦ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਗੁਰੂ ਬਾਬਾ ਜੀ ਨੇ ਇੱਕ ਗੱਲ ਕਹੀ ਹੈ, ਸ਼ਬਦ ਤੋਂ ਬਿਨਾਂ ਅਸੀਂ ਭਉ ਸਾਗਰ ਤੋਂ ਪਾਰ ਉਤਰ ਨਹੀਂ ਸਕਦੇ। ਭਉ ਸਾਗਰ ਦਾ ਅਰਥ ਕਿ ਸਾਡੇ ਅੰਦਰ ਜਿਹੜੀ ਚਿੰਤਾ ਹੈ, ਡਰ ਹੈ, ਜਿਹੜਾ ਹਰ ਵੇਲੇ ਅਸੀਂ ਗਮਾਂ ਦੇ ਵਿੱਚ ਗੋਤੇ ਖਾਂਦੇ ਰਹਿੰਦੇ ਹਾਂ, ਡਰੇ ਜਿਹੇ ਰਹਿੰਦੇ, ਇਹਦੇ 'ਚੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ। ਕੇਵਲ ਇੱਕ ਸ਼ਬਦ ਹੈ, ਸ਼ਬਦ ਤੋਂ ਬਿਨਾਂ ਸਾਡਾ ਮਨ ਟਿਕ ਹੀ ਨਹੀਂ ਸਕਦਾ। ਮਨ ਤਾਂ ਆਪ ਹੁਦਰਾ ਹੈ, ਕਦੀ ਆਕਾਸ਼ ਤੇ ਚਲਿਆ ਜਾਂਦਾ, ਕਦੀ ਪਤਾਲ ਚਲਿਆ ਜਾਂਦਾ, ਕਦੀ ਬੜਾ ਪਰਉਪਕਾਰੀ ਬਣ ਜਾਂਦਾ, ਕਦੀ ਬੜਾ ਜ਼ਾਲਮ ਬਣ ਜਾਂਦਾ ਹੈ, ਕਦੀ ਬੜਾ ਦਾਨੀ ਬਣ ਜਾਂਦਾ ਹੈ, ਕਦੀ ਬੜਾ ਕੰਜੂਸ ਬਣ ਜਾਂਦਾ ਹੈ। ਮਨ ਦੇ ਤੇ ਕਈ ਸੁਭਾਅ ਬਦਲਦੇ ਨੇ। ਇਹ ਮਨ ਡਾਵਾਂ ਡੋਲ ਰਹਿੰਦਾ ਹੈ। ਇਸ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ, ਜੋ ਮੰਦਰ ਕਹੋ ਥੰਮੈ ਥੰਮਨ, ਕਿਉਂ ਗੁਰੂ ਕਾ ਸ਼ਬਦ ਮਨੇ ਅਸਥਮਨ। ਗੁਰੂ ਕੇ ਸ਼ਬਦ ਦੇ ਨਾਲ ਜੋੜੀਏ। ਸਤਿਗੁਰੂ ਜੀ ਨੇ ਕਿਹਾ ਸੀ, ਜਦੋਂ ਸਿੱਧਾ ਨੇ ਸਵਾਲ ਕੀਤਾ, ਬਾਬਾ ਜੀ
ਤੁਸੀਂ ਕਹਿੰਦੇ ਹੋ ਦੁਨੀਆ 'ਚ ਰਹੋ, ਗ੍ਰਸਤ ਵਿੱਚ ਰਹੋ, ਪਰਿਵਾਰ 'ਚ ਰਹੋ, ਕੰਮਕਾਰ ਕਰੋ। ਉਹ ਮਹਾਰਾਜ ਇਹ ਤਾਂ ਸਮੁੰਦਰ ਹੈ, ਦੁਨੀਆ ਜਿਹੜੀ ਹੈ। ਜਿਵੇਂ ਸਮੁੰਦਰ 'ਚ ਫਸਿਆ ਬੰਦਾ ਨਿਕਲ ਨਹੀਂ ਨਾ ਸਕਦਾ, ਦੁਨੀਆ 'ਚ ਪੈ ਕੇ ਬੰਦਾ ਚਿੰਤਾਵਾਂ ਤੋਂ ਨਹੀਂ ਬਚ ਸਕਦਾ, ਦੁੱਖਾਂ ਤੋਂ ਨਹੀਂ ਬਚ ਸਕਦਾ। ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਬਾਬਾ ਨਾਨਕ ਜੀ, ਦੁਨੀਆ ਇੱਕ ਉਹ ਸਮੁੰਦਰ ਹੈ ਜਿਹਦੇ 'ਚੋਂ ਬਾਹਰ ਨਿਕਲਣਾ ਬੜਾ ਔਖਾ ਹੈ। ਆਪਾਂ ਅਕਸਰ ਕਹਿੰਦੇ ਜੀ, ਦੇਖੋ ਗ੍ਰਸਤੀ ਬੰਦਾ ਚਿੰਤਾਵਾਂ ਤੋਂ ਮੁਕਤ ਨਹੀਂ ਹੋ ਸਕਦਾ। ਦੇਖੋ ਜੀ, ਵੱਡੇ ਵੱਡੇ ਕਾਰੋਬਾਰ ਨੇ, ਅਸੀਂ ਤੇ ਚਿੰਤਾਵਾਂ 'ਚ ਹੀ ਫਸੇ ਰਹਿੰਦੇ ਹਾਂ। ਇਹ ਕਾਰੋਬਾਰ ਚਿੰਤਾ ਦਾ ਕਾਰਨ ਨਹੀਂ ਹੈ, ਇਹ ਪਰਿਵਾਰ ਚਿੰਤਾ ਦਾ ਕਾਰਨ ਨਹੀਂ ਹੈ, ਕੋਈ ਰੁਤਬਾ, ਕੋਈ ਧਨ ਦੌਲਤ ਚਿੰਤਾ ਦਾ ਕਾਰਨ ਨਹੀਂ ਹੈ। ਚਿੰਤਾ ਦਾ ਕਾਰਨ ਹੈ ਕਿ ਸਾਨੂੰ ਤਰਨਾ ਨਹੀਂ ਆਉਂਦਾ। ਸਾਨੂੰ ਸਮੁੰਦਰ 'ਚ ਵੜੇ ਆ, ਸਮੁੰਦਰ ਵਿੱਚ, ਸਮੁੰਦਰ ਦਾ ਇੱਕ ਸੁਭਾਅ ਹੈ, ਉੱਥੇ ਤੇ ਲਹਿਰਾਂ ਉੱਠਣੀਆਂ ਹੀ ਨੇ, ਉੱਥੇ ਤੇ ਤੂਫਾਨ ਆਉਣੇ ਨੇ, ਉੱਥੇ ਤੇ ਘੁੰਮਣ ਘੇਰੀਆਂ ਆਉਣੀਆਂ ਨੇ। ਇਹ ਜਗਤ ਦਾ ਸੁਭਾਅ, ਇਹਨੂੰ ਕੋਈ ਨਹੀਂ ਬਦਲ ਸਕਦਾ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਇਹ ਤੂਫਾਨ ਉੱਠਣੇ ਨੇ। ਗੁਰੂ ਸਾਹਿਬਾਂ ਦੀ ਜ਼ਿੰਦਗੀ 'ਚ ਆਏ ਨੇ ਤੂਫਾਨ, ਕੋ ਘੱਟ ਆਏ ਨੇ। ਗੁਰੂ ਸਾਹਿਬ ਦਾ ਜੀਵਨ ਵਿਚਾਰੋ, ਘੱਟ ਬਿਪਤਾਵਾਂ ਆਈਆਂ ਨੇ ਉਹਨੇ ਜ਼ਿੰਦਗੀ ਅੰਦਰ। ਮਸਲਾ ਸਤਿਗੁਰੂ ਜੀ ਨੇ ਕਿਹਾ ਹੈ ਕਿ ਜੇ ਇਸ ਸਮੁੰਦਰ 'ਚੋਂ ਬਾਹਰ ਨਿਕਲਣਾ ਹੈ ਤੇ ਸ਼ਬਦ ਸੁਰਤ ਲਗ ਭਵਜਲ ਤਰੀਏ, ਨਾਨਕ ਨਾਮ ਵਖਾਣੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸੁਰਤ ਨੂੰ ਜੈਸੇ ਜਲ ਮੈਂ ਕਮਲ ਨਿਰਾਲ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਲਗ ਭਵਜਲ ਤਰੀਏ। ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ ਹੈ, ਸਮੁੰਦਰ 'ਚ ਰਹਿੰਦੀ ਹੈ, ਪਾਣੀ 'ਚ ਰਹਿੰਦੇ ਵੀ ਪਾਣੀ ਉਹਦੇ ਖੰਭਾਂ ਨੂੰ ਭਿਓ ਹੀ ਨਹੀਂ ਸਕਦਾ। ਕਮਲ ਪਾਣੀ 'ਚ ਰਹਿੰਦਾ ਹੈ, ਪਰ ਪਾਣੀ ਉਹਨੂੰ ਡੋਬ ਹੀ ਨਹੀਂ ਸਕਦਾ ਆਪਣੇ ਆਪ 'ਚ। ਬਿਲਕੁਲ ਇੱਦਾਂ ਦੀ ਸੁਰਤ ਬਣ ਜੇ, ਸਾਡੀ ਸੁਰਤ ਸ਼ਬਦ ਨਾਲ ਜੁੜਦਾ ਹੈ, ਸੁਰਤ ਅਡੋਲ ਹੋ ਜਾਏਗੀ। ਮਾਇਆ ਬਹੁਤੀ ਥੋੜੀ ਦਾ ਕੋਈ ਅਸਰ ਸਾਡੇ ਤੇ ਨਹੀਂ ਪਏਗਾ। ਰੁਤਬਾ ਵੱਡਾ ਹੈ, ਛੋਟਾ ਹੈ, ਉਹ ਸਾਨੂੰ ਪ੍ਰਭਾਵਿਤ ਨਹੀਂ ਕਰੇਗਾ। ਫਿਰ ਸਾਡੇ ਕੋਲ ਜਿੰਨੀ ਮਰਜ਼ੀ ਤਾਕਤ ਹੋਏਗੀ, ਬੇਈਮਾਨੀ ਸਾਡੇ ਉੱਪਰ ਭਾਰੂ ਹੋ ਹੀ ਨਹੀਂ ਸਕੇਗੀ। ਇਹ ਹੈ ਆਪਣੀ ਸੁਰਤ ਦੀ ਘਾੜਤ ਕਰਨੀ, ਕਰਮ ਨੂੰ ਵਧੀਆ ਬਣਾਉਣਾ। ਕਰਮ ਵਧੀਆ ਬਣੇਗਾ ਜੇ ਅਸੀਂ ਸ਼ਬਦ ਦੇ ਨਾਲ ਸਾਂਝ ਪਾਵਾਂਗੇ। ਸ਼ਬਦ ਦੇ ਨਾਲ ਸਾਂਝ ਬਣਨੀ ਸਤ ਸੰਗਤ ਵਿੱਚ ਆ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਜੇ ਮਿਲਣਾ ਹੈ, ਆਪਣੇ ਕਰਮ ਵਧੀਆ ਬਣਾਓ। ਤੇ ਕਰਮ ਵਧੀਆ ਬਣਾਉਣ ਦਾ ਤਰੀਕਾ ਇਹ ਹੈ ਕਿ ਸ਼ਬਦ ਸਵਾਰਨਹਾਰ। ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਡੀ ਸਾਂਝ ਬਾਣੀ ਨਾਲ ਬਣੇ, ਸ਼ਬਦ ਨਾਲ ਬਣੇ। ਸ਼ਬਦ ਜਿਹੜਾ ਮਨੁੱਖ ਦੀ ਜ਼ਿੰਦਗੀ ਨੂੰ ਸਵਾਰਦਾ ਹੈ, ਸ਼ਬਦ ਮਨੁੱਖ ਦੀ ਜ਼ਿੰਦਗੀ ਦੀ ਘਾੜਤ ਕੱਢਦਾ ਹੈ। ਸ਼ਬਦ ਨੂੰ ਸਤਿਗੁਰੂ ਜੀ ਨੇ ਟਕਸਾਲ ਕਿਹਾ, ਟਕਸਾਲ। ਜਿਵੇਂ ਟਕਸਾਲ ਦੇ ਅੰਦਰ ਹਥਿਆਰ ਬਣਦੇ ਨੇ, ਸਿੱਕੇ ਬਣਦੇ ਨੇ, ਘੜੀਏ ਸ਼ਬਦ ਸੱਚੀ ਟਕਸਾਲ। ਮਨੁੱਖ ਦੀ ਜ਼ਿੰਦਗੀ ਦੀ ਸ਼ਖਸੀਅਤ ਜਿਹੜੀ ਉਹਦੀ ਘਾੜਤ ਹੈ, ਜਿਹੜੀ ਉਹ ਸ਼ਬਦ ਦੀ ਟਕਸਾਲ ਕਰੀ ਜਾਣੀ। ਸ਼ਬਦ, ਬੋਲ, ਬਚਨ, ਜੋ ਕੁਝ ਤੁਸੀਂ ਕੰਨਾਂ ਨਾਲ ਸੁਣੋਗੇ ਉਹੀ ਕੁਝ ਬਣਦੇ ਜਾਓਗੇ। ਮਾਰਕਸ ਲੈਨਨ ਨੇ ਸ਼ਾਇਦ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਹਾਡੇ ਬੱਚੇ ਕਿਹੋ ਜਿਹੇ ਬਣਨੇ ਨੇ। ਜੋ ਉਹ ਸੁਣਦੇ ਨੇ ਉਹੀ ਕੁਝ ਉਹਨਾਂ ਨੇ ਬਣਨਾ। ਜੋ ਅਸੀਂ ਸੁਣਾਂਗੇ, ਜੋ ਬੋਲ ਸਾਡੇ ਕੰਨਾਂ ਅੰਦਰ ਪੈਣਗੇ, ਉਹੋ ਜਿਹੇ ਸਾਡੇ ਕਰਮ ਬਣ ਜਾਣਗੇ, ਉਹੋ ਜਿਹੀ ਸਾਡੀ ਜ਼ਿੰਦਗੀ ਬਣ ਜਾਏਗੀ। ਹੁਣ ਸੰਗਤ ਵਿੱਚ ਆ ਕੇ ਜੇ ਅਸੀਂ ਸ਼ਬਦ ਸੁਣਾਂਗੇ, ਬਾਣੀ ਸੁਣਾਂਗੇ, ਨਾਮ ਦੀ ਗੱਲ ਸੁਣਾਂਗੇ, ਪਰਮਾਤਮਾ ਦੇ ਗੁਣਾਂ ਦੀ ਗੱਲ ਸੁਣਾਂਗੇ, ਕਿਸੇ ਮਨੁੱਖ ਦੀ ਗੱਲ ਸੁਣਨ ਦੀ ਲੋੜ ਨਹੀਂ ਹੈ, ਪਰਮਾਤਮਾ ਦੀ ਗੱਲ ਸੁਣਾਂਗੇ, ਸਾਡੀ ਜ਼ਿੰਦਗੀ ਜਿਹੜੀ ਹੈ ਆਪਣੇ ਆਪ ਸਵਰ ਜਾਏਗੀ। ਜਦੋਂ ਰੱਬ ਦੀਆਂ ਗੱਲਾਂ ਸੁਣਾਂਗੇ, ਸਾਡੇ ਕੰਮ ਰੱਬ ਵਰਗੇ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ। ਰੱਬ ਨੂੰ ਰੋਜ਼ ਚੇਤੇ ਕਰਾਂਗੇ, ਰੱਬ ਦੇ ਪਿਆਰ ਜੁੜਾਂਗੇ। ਦੇਖੋ, ਰੋਜ਼ ਰੱਬ ਨੂੰ ਚੇਤੇ ਕਰਨ ਦਾ, ਪਰਮਾਤਮਾ ਨੂੰ ਚੇਤੇ ਕਰਨ ਦਾ, ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਆਪਾਂ ਰੋਜ਼ ਉਹਨੂੰ ਚੇਤੇ ਕਰਦੇ ਉਹਦੇ ਜਿਹੜੇ ਕਰਮ ਨੇ, ਉਹਦਾ ਸੁਭਾਅ ਸਾਡੀ ਜ਼ਿੰਦਗੀ ਅੰਦਰ ਆ ਜਾਏ, ਸਾਡੇ ਕਰਮ ਵਧੀਆ ਬਣ ਜਾਣ। ਇਹ ਗੁਰੂ ਸਾਹਿਬ ਜੀ ਨੇ ਅਖੀਰ ਤੇ ਕਿਹਾ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਜਦੋਂ ਸੰਗਤ ਵਿੱਚ ਆ ਗਏ, ਜਦੋਂ ਸ਼ਬਦ ਦੇ ਨਾਲ ਸਾਂਝ ਪਾ ਲਈ, ਫਿਰ ਸ਼ਬਦ ਦੇ ਨਾਲ ਜਦੋਂ ਪਿਆਰ ਬਣ ਜੇ ਨਾ, ਤੇ ਵਾਹਿਗੁਰੂ ਦਾ ਨਾਮ, ਵਾਹਿਗੁਰੂ ਜੀ ਦੇ ਗੁਣ ਸਾਡੇ ਹਿਰਦੇ ਦਾ ਫਿਰ ਗਹਿਣਾ ਬਣ ਜਾਂਦੇ ਨੇ, ਸ਼ਿੰਗਾਰ ਬਣ ਜਾਂਦੇ ਨੇ। ਔਰ ਕਹਿੰਦੇ ਨੇ ਗਲੇ ਨੂੰ, ਹਿਰਦੇ ਨੂੰ, ਜਿਵੇਂ ਹਾਰ ਆਪਾਂ ਗਲ 'ਚ ਪਾਉਂਦੀਆਂ ਨੇ ਬੀਬੀਆਂ ਜਾਂ ਬੰਦੇ ਵੀ ਕਿ ਇਹੋ ਜਿਹੇ ਗਹਿਣੇ ਪਾਉਂਦੇ ਨੇ, ਉਹ ਸਾਡੇ ਗਲੇ ਨਾਲ ਲੱਗਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ, ਹਿਰਦੇ ਨਾਲ ਜੋੜ ਲਿਆ, ਜਿਵੇਂ ਹਾਰ ਗਲੇ 'ਚ ਪਿਆ ਹੁੰਦਾ। ਹਾਰ ਸ਼ਿੰਗਾਰ ਦਾ ਸਾਧਨ ਹੈ, ਹਾਰ ਸ਼ਿੰਗਾਰ ਲਈ ਪਾਇਆ ਜਾਂਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ, ਜਿਨ੍ਹਾਂ ਨੇ ਨਾਮ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ, ਜਦੋਂ ਸੰਗਤ ਵਿੱਚ ਆਉਂਦੇ ਆ, ਜਦੋਂ ਸੰਗਤ ਦੇ ਰਾਹੀਂ ਸ਼ਬਦ ਦੇ ਨਾਲ ਪਿਆਰ ਪਾਉਂਦੇ ਆ, ਉਦੋਂ ਨਾਮ ਸਾਡੀ ਜ਼ਿੰਦਗੀ ਦਾ ਗਹਿਣਾ ਬਣ ਜਾਂਦਾ, ਸ਼ਿੰਗਾਰ ਬਣ ਜਾਂਦਾ, ਸ਼ੋਭਾ ਬਣ ਜਾਂਦਾ ਹੈ। ਭਾਵ ਜੋ ਰੱਬੀ ਗੁਣ ਨੇ ਉਹ ਸਾਡੇ ਅੰਦਰ ਆ ਕੇ ਵਸ ਜਾਂਦੇ ਨੇ। ਉਦੋਂ ਸਤ, ਸੰਤੋਖ, ਦਇਆ, ਧਰਮ ਸਾਡੀ ਜ਼ਿੰਦਗੀ ਦੇ ਸ਼ਿੰਗਾਰ ਬਣ ਜਾਂਦੇ ਨੇ। ਇਹਨਾਂ ਦੇ ਰਾਹੀਂ ਸਾਨੂੰ ਵਡਿਆਈ ਮਿਲਦੀ ਹੈ। ਇਹਦੋਂ ਵਧੀਆ ਸ਼ਿੰਗਾਰ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਆਰੰਭ ਕੀਤਾ ਸੀ ਕਿ ਇਹ ਜ਼ਿੰਦਗੀ 'ਚ ਖੁਸ਼ਹਾਲ ਉਹ ਨੇ ਜਿਹੜੇ ਪ੍ਰਮਾਤਮਾ ਦੇ ਪਿਆਰ ਜੁੜੇ ਨੇ।
ਜਿਨ੍ਹਾਂ ਨੇ ਉਹਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ। ਇੱਕ ਪ੍ਰਮਾਤਮਾ ਦੇ ਰੰਗ 'ਚ ਜਿਹੜੇ ਰੰਗੇ ਹੋਏ ਨੇ, ਉਹ ਪ੍ਰਮਾਤਮਾ ਤੋਂ ਬਿਨਾਂ ਹੋਰ ਚੀਜ਼ਾਂ ਨੂੰ, ਹੋਰ ਰੰਗਾਂ ਨੂੰ ਜਿਹੜੇ ਸਵਾਹ ਜਾਣਦੇ ਨੇ, ਤੇ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੇ ਨਾਲ ਜਿਨ੍ਹਾਂ ਦੀ ਸਾਂਝ ਪਈ ਹੈ। ਸਵਾਲ ਸੀ ਕਿ ਉਹ ਇੰਨਾ ਮਹਾਨ ਪ੍ਰਮਾਤਮਾ ਜਿਹਦੇ ਕਰਕੇ ਦੁਨੀਆ ਮੋਲੀ, ਉਹਨਾਂ ਕਿਵੇਂ ਮਿਲੀਏ? ਸਤਿਗੁਰੂ ਜੀ ਕਹਿੰਦੇ ਸਤ ਸੰਗਤ ਵਿੱਚ ਆ ਜਾਈਏ, ਗੁਰਬਾਣੀ ਨਾਲ ਪਿਆਰ ਪਾਈਏ। ਜਿਉਂ-ਜਿਉਂ ਸਤ ਸੰਗਤ ਅਤੇ ਗੁਰਬਾਣੀ ਨਾਲ ਪਿਆਰ ਬਣੇਗਾ, ਰੋਜ਼ ਬਾਣੀ ਪੜ੍ਹਾਂਗੇ, ਰੋਜ਼ ਆਪਾਂ ਭਲੇ ਲੋਕਾਂ ਦੀ ਸੰਗਤ ਕਰਾਂਗੇ, ਸਤ ਸੰਗਤ ਨਾਲ ਸਾਂਝ ਬਣਾਵਾਂਗੇ, ਤਿਉਂ ਤੋਂ ਰੱਬੀ ਗੁਣ ਜਿਹੜੇ ਨੇ ਜਾਂ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਾਡੇ ਹਿਰਦੇ ਦਾ ਵਸ ਜਾ ਜਾਏਗਾ, ਸਾਡੇ ਹਿਰਦੇ ਦਾ ਹਾਰ ਬਣ ਜਾਏਗਾ। ਜਿਵੇਂ ਹਾਰ ਗਲੇ ਨਾਲ ਲੱਗਾ ਰਹਿੰਦਾ, ਉਹ ਵਾਹਿਗੁਰੂ ਜੀ ਦੇ ਗੁਣ ਸਾਡੇ ਹਿਰਦੇ 'ਚ ਵਸੇ ਰਹਿਣਗੇ, ਸ਼ਿੰਗਾਰ ਬਣ ਜਾਣਗੇ। ਸਾਡੀ ਸੋਭਾ ਫਿਰ ਰੱਬੀ ਗੁਣਾਂ ਕਰਕੇ ਬਣ ਜਾਏਗੀ, ਜੀਵਨ ਸਫਲ ਹੋ ਜਾਏਗਾ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਹਾਰ ਸ਼ਿੰਗਾਰ ਬਣਾਇਆ, ਉਹਨਾਂ ਦੀ ਸੋਭਾ ਸਦਾ ਬਣੀ ਰਹਿੰਦੀ ਹੈ। ਜਿੱਥੇ ਅੱਜ ਸਾਉਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਅੱਜ ਦਾ ਦਿਨ ਸਿੱਖ ਇਤਿਹਾਸ ਬੜਾ ਮਹੱਤਵਪੂਰਨ ਦਿਨ ਹੈ। ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਚਰਖੜੀਆਂ ਦੇ ਚੜੇ, ਬੰਦ ਕਟਾਏ, ਖੋਪੜੀਆਂ ਉਤਰਾਈਆਂ, ਉਹ ਭਾਈ ਤਾਰੂ ਸਿੰਘ ਜੀ ਜਿਹੜੇ ਬੜੇ ਪਰਉਪਕਾਰੀ ਸਨ। ਉਹਨਾਂ ਦੇ ਪਿਤਾ ਜੀ ਮੈਦਾਨੀ ਜੰਗ ਸ਼ਹੀਦ ਹੋ ਗਏ, ਆਪ ਇਕੱਲੇ ਸਨ, ਭੈਣ ਸੀ, ਮਾਤਾ ਸੀ। ਪਰ ਉਹ ਸਮਾਂ ਸੀ ਜਦੋਂ ਜ਼ਕਰੀਆ ਖਾਂ ਵੇਲੇ ਬੜੇ ਤਸੱਦਦ ਹੁੰਦੇ ਸਨ ਸਿੱਖਾਂ ਦੇ ਉੱਪਰ, ਘਰਾਂ 'ਚ ਸਿੱਖ ਰਹਿ ਹੀ ਨਹੀਂ ਸਕਦੇ। ਇਹ 18-20 ਸਾਲ ਦੀ ਨੌਜਵਾਨ ਗੱਭਰੂ ਉਮਰ ਦੇ ਵਿੱਚ ਖੇਤੀਬਾੜੀ ਕਰਦੇ ਸਨ, ਉੱਥੇ ਲੋਕਾਂ 'ਤੇ ਪਰਉਪਕਾਰ ਕਰਨਾ, ਸਮਾਜ ਦੀ ਸੇਵਾ ਕਰਨੀ, ਔਰ ਆਏ ਗਏ ਰਾਹੀਆਂ ਨੂੰ ਪ੍ਰਸ਼ਾਦਾ ਜਿੱਥੇ ਛਕਾਉਂਦੇ ਸਨ, ਸਿੰਘਾਂ ਨੂੰ ਵੀ ਛਕਾਉਂਦੇ ਸਨ। ਇਹਨਾਂ ਦੀ ਇਸ ਪਰਉਪਕਾਰ ਦੀ ਭਾਵਨਾ ਕਰਕੇ ਹੀ ਇਹਨਾਂ ਨੂੰ ਹਕੂਮਤ ਨੇ ਫੜ ਲਿਆ, ਇਹਨਾਂ ਨੂੰ ਆਪਣਾ ਦੀਨ ਬਦਲਣ ਦੀ ਗੱਲ ਕਹੀ। ਪਰ ਭਾਈ ਸਾਹਿਬ ਜੀ ਨੇ ਕੋਈ ਗੱਲ ਕਹੀ ਸੀ, ਸਿੱਖੀ ਕੇਸਾਂ ਸਵਾਸਾਂ ਸੰਗ ਨਿੰਬਲੇਗੇ, ਤੇ ਸੂਬੇ ਨੇ ਹੁਕਮ ਕਰਤਾ ਕਿ ਇਹਦੇ ਉਹ ਕੇਸਾਂ ਦੇ ਸਮੇਤ ਦੀ ਖੋਪੜੀ ਉਤਾਰ ਦਿਓ, ਜਿਹਦੀ ਕੇਸਾਂ ਦੀ ਗੱਲ ਕਰਦਾ ਹੈ। ਅੱਜ ਦੇ ਦਿਨ ਭਾਈ ਸਾਹਿਬ ਜੀ ਦੀ ਖੋਪੜੀ ਉਤਾਰੀ ਗਈ, ਤੇ ਭਾਈ ਸਾਹਿਬ ਜੀ ਕਈ ਦਿਨ ਬੈਠੇ ਰਹੇ। ਭਾਈ ਸਾਹਿਬ ਨੇ ਇੱਕ ਗੱਲ ਕਹੀ ਸੀ, ਸੂਬੇ ਨੇ ਕਿਹਾ ਕਿ ਤੇਰੇ ਇਹ ਵਾਲ ਜਿਹੜੇ ਆ ਨਾ, ਜਿਨ੍ਹਾਂ ਦਾ ਤੈਨੂੰ ਮਾਣ ਹੈ, ਮੈਂ ਛਿੱਤਰ ਮਾਰ ਮਾਰ ਕੇ ਉਤਾਰ ਦੇਵਾਂਗਾ, ਉਡਾ ਦੇਵਾਂਗਾ। ਤੇ ਭਾਈ ਸਾਹਿਬ ਜੀ ਨੇ ਗੱਲ ਕੀ, ਤੂੰ ਕਿ ਮੇਰੇ ਵਾਲ ਕੀ ਉਤਾਰਨੇ, ਮੈਂ ਆਪਣੀ ਜੁੱਤੀ ਦੇ ਅੱਗੇ ਲਗਾ ਤੈਨੂੰ ਜਾਵਾਂਗਾ। ਜਦੋਂ ਭਾਈ ਸਾਹਿਬ ਦੀ ਖੋਪੜੀ ਉਤਾਰੀ, ਸੂਬੇ ਨੂੰ ਬੰਨ੍ਹ ਪੈ ਗਿਆ। ਤੇ ਫਿਰ ਜਦੋਂ ਕਿਸੇ ਹਾਲਤ 'ਚੋਂ ਟੁੱਟਿਆ ਨਹੀਂ ਪਿਸ਼ਾਬ ਦਾ ਬੰਨ੍ਹ, ਸਿੱਖ ਸੰਗਤਾਂ ਦੇ ਕੋਲ ਗਏ। ਉਹਨਾਂ ਨੇ ਇੱਕੋ ਗੱਲ ਕਹੀ, ਭਾਈ ਤਾਰੂ ਸਿੰਘ ਦਾ ਜੁੱਤੀ ਇਹਦੇ ਸਿਰ 'ਚ ਮਾਰੀ ਜੇ ਨੂੰ ਆਰਾਮ ਮਿਲ ਸਕਦਾ ਹੈ। ਉਹ ਜੁੱਤੀਆਂ ਖਾਂਦਾ ਖਾਂਦਾ ਸੂਬੇਦਾਰ ਮਰ ਗਿਆ ਸੀ। ਤੇ ਅੱਜ ਦੇ ਦਿਨ ਭਾਈ ਸਾਹਿਬ ਜੀ ਆਪਣਾ ਸਰੀਰ ਵੀ ਤਿਆਗ ਗਏ ਸਨ। ਲਾਹੌਰ 'ਚ ਜਾਈਏ, ਲੰਡਾ ਬਾਜ਼ਾਰ ਹੈ ਜਿੱਥੇ ਅੱਜ ਕੱਲ੍ਹ ਲੋਹਾ ਮੰਡੀ ਬਣ ਗਈ, ਉੱਥੇ ਭਾਈ ਸਾਹਿਬ ਜੀ ਦੀ ਯਾਦਗਾਰ ਬਣੀ ਹੈ। ਭਾਵੇਂ ਸਾਡੀਆਂ ਸਿੱਖ ਸੰਸਥਾਵਾਂ ਬੜੀਆਂ ਅਵੇਸਲੀਆਂ ਨੇ, ਸਾਡੇ ਵੱਡੇ ਵੱਡੇ ਰੁਤਬਿਆਂ ਦੇ ਬੈਠੇ ਲੋਕ ਬੜੇ ਬੇਖਬਰ ਨੇ, ਪਰ ਜਿੱਥੇ ਭਾਈ ਸਾਹਿਬ ਜੀ ਦੀ ਉਹ ਯਾਦਗਾਰ ਹੈ, ਉਹ ਇੱਕ ਮੁਸਲਮਾਨ ਨੇ ਮੱਲ ਕੇ ਉੱਥੇ ਮਸੀਤ ਬਣਾਉਣੀ ਸ਼ੁਰੂ ਕਰਤੀ, ਮੱਲਣੀ ਸ਼ੁਰੂ ਕਰ ਦਿੱਤੀ, ਜ਼ਬਰਦਸਤੀ ਦਬਾਈ ਜਾਂਦਾ ਹੈ। ਪਰ ਉੱਧਰ ਧਿਆਨ ਸਿੱਖ ਸੰਸਥਾਵਾਂ ਦਾ ਹੈ ਨਹੀਂ, ਕਿਉਂਕਿ ਸਾਡੇ ਸਿੱਖ ਲੀਡਰਾਂ ਨੂੰ ਤੇ ਆਪਣੀਆਂ ਗੱਦੀਆਂ ਤੋਂ ਬਿਨਾਂ ਹੋਰ ਕੌਮੀ ਮਸਲੇ ਤੇ ਚੇਤੇ ਨਹੀਂ ਆਉਂਦੇ, ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਨੇ। ਅੱਜ ਦੇ ਦਿਨ ਭਾਈ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ। ਰਾਤ ਦੇ ਦੀਵਾਨ 'ਚ ਭਾਈ ਸਾਹਿਬ ਜੀ ਦੀ ਜ਼ਿੰਦਗੀ ਤੇ ਸਾਂਝੀਆਂ ਵਿਚਾਰਾਂ ਕਰਾਂਗੇ ਜੀ। ਹੁਣ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਉਣ ਵਾਲਾ ਸਮਾਂ ਸਤਿਗੁਰੂ ਜੀ ਸਾਰਿਆਂ ਲਈ ਖੁਸ਼ੀਆਂ, ਖੇੜਿਆਂ ਤੇ ਖੁਸ਼ਹਾਲੀ ਭਰਪੂਰ ਪ੍ਰਦਾਨ ਕਰਨ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।